ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਿੰਨੇ ਵੀ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਹੋਣ ਜਾ ਰਹੇ ਆ, ਜਿੱਦਾਂ ਕਿ ਪੰਜਾਬ ਪਟਵਾਰੀ, ਪੰਜਾਬ ਪੁਲਿਸ, ਫਾਇਰਮੈਨ, ਵੀਡੀਓ, PSSB ਕਲਰਕ ਜਾਂ ਕੋਈ ਹੋਰ ਐਗਜ਼ਾਮ, ਇਹ ਜਿੰਨੇ ਵੀ ਐਗਜ਼ਾਮ ਆ ਇਹਨਾਂ ਦੇ ਅੰਦਰ ਜਿਹੜਾ ਕੰਪਿਊਟਰ ਸੈਕਸ਼ਨ ਆ ਉਹਦੇ ਅਸੀਂ MCQs ਕੁਐਸਚਨ ਟੌਪਿਕ ਵਾਈਜ਼ ਡਿਸਕਸ ਕਰਨ ਜਾ ਰਹੇ ਹਾਂ। ਤੇ ਇਹ ਸਾਰੇ MCQs ਕੁਐਸਚਨ ਅਸੀਂ ਪਿਛਲੇ ਪੁਰਾਣੇ 10 ਤੋਂ 15 ਸਾਲ ਪੁਰਾਣੇ ਪੇਪਰਾਂ ਤੋਂ ਲਿੱਤੇ ਆ। ਤੇ ਪਿਛਲੀ ਦੋ ਵੀਡੀਓਜ਼ ਦੇ ਅੰਦਰ ਅਸੀਂ ਇਨਪੁਟ ਆਊਟਪੁੱਟ ਡਿਵਾਈਸਿਸ ਐਂਡ ਕੰਪਿਊਟਰ ਹਾਰਡਵੇਅਰ ਦੇ MCQs ਕਵਰ ਕਰ ਲਏ ਸੀਗੇ। ਤੇ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਮਾਈਕਰੋਸਾਫਟ ਐਕਸਲ ਦੇ ਰਿਲੇਟਡ ਜਿੰਨੇ ਵੀ 10 ਤੋਂ ਲੈ ਕੇ 15 ਸਾਲ ਦੇ ਅੰਦਰ ਜਿੰਨੇ ਵੀ ਕਿਸੇ ਵੀ ਐਗਜ਼ਾਮ ਦੇ ਅੰਦਰ ਕੁਐਸਚਨ ਆਏ ਆ ਉਹ ਅਸੀਂ ਸਾਰੇ ਹੀ 1 ਬਾਏ 1 ਵਿਦ ਐਕਸਪਲੇਨੇਸ਼ਨ ਡਿਸਕਸ ਕਰਾਂਗੇ। ਇਹ ਜਿਹੜਾ ਟੌਪਿਕ ਆ ਇਹ ਕਾਫੀ ਵੱਡਾ ਟੌਪਿਕ ਆ। ਇਹਦੇ ਰਿਲੇਟਡ ਪੇਪਰ ਦੇ ਅੰਦਰ ਐਗਜ਼ਾਮ ਦੇ ਅੰਦਰ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਆ। ਇਸ ਕਰਕੇ ਇਸ ਪਾਰਟ ਨੂੰ ਮੈਂ ਦੋ ਟੌਪਿਕਸ ਦੇ ਅੰਦਰ ਦੋ ਵੀਡੀਓਜ਼ ਦੇ ਅੰਦਰ ਇਹਨੂੰ ਕਵਰ ਕਰੂੰਗਾ। ਤੇ ਅੱਜ ਦਾ ਪਹਿਲਾ ਕੁਐਸਚਨ ਹੈ ਵਟ ਵਿਲ ਬੀ ਦਾ ਆਊਟਪੁੱਟ ਆਫ MS ਐਕਸਲ ਫੰਕਸ਼ਨ। ਹੁਣ ਇਹਦੇ ਅੰਦਰ ਇੱਕ ਐਕਸਲ ਫੰਕਸ਼ਨ ਯੂਜ਼ ਕੀਤਾ ਦੈਟ ਇਜ਼ ਸਮ SQ। ਇਹਨੂੰ ਅਸੀਂ ਰੀਡ ਕਰਨਾ ਸਮ ਸਕੁਅਰ। ਨੋਰਮਲ ਜਿਹੜਾ ਸਮ ਫੰਕਸ਼ਨ ਆ, ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ what will be the output of MS Excel function। ਇਹਦੇ ਅੰਦਰ ਜਿਹੜਾ ਫੰਕਸ਼ਨ ਯੂਜ਼ ਕੀਤਾ ਗਿਆ ਉਹ ਹੈ sum SQ। ਇਹਨੂੰ ਅਸੀਂ ਰੀਡ ਕਰਾਂਗੇ sum square। ਨਾਰਮਲ ਜਿਹੜਾ sum ਫੰਕਸ਼ਨ ਆ ਅਗਰ ਅਸੀਂ ਉਹਨੂੰ ਯੂਜ਼ ਕਰਾਂਗੇ ਤੇ ਉਹ ਆਨਸਰ ਰਿਟਰਨ ਕਰੂਗਾ 19। ਬਿਕੋਜ਼ ਉਹ ਨਾਰਮਲ ਕਰਦਾ ਕੀ ਆ, ਉਹ ਸਾਰੇ ਆਰਗੂਮੈਂਟਸ ਨੂੰ ਡੇਟਾ ਨੂੰ ਐਡ ਕਰ ਦਿੰਦਾ ਵਾ, ਜਿੱਦਾਂ ਕਿ 10, 5 ਤੇ 4 ਸਾਰੇ ਐਡ ਹੋ ਕੇ ਜਿਹੜਾ ਆਨਸਰ ਆਇਆ ਉਹ ਬਣ ਗਿਆ 19। ਪਰ ਜਿਹੜਾ ਅਸੀਂ ਕੁਐਸਚਨ ਦੇ ਅੰਦਰ ਜਿਹੜਾ ਫੰਕਸ਼ਨ ਯੂਜ਼ ਕੀਤਾ ਗਿਆ ਉਹ ਹੈ ਸਮ ਸਕੁਅਰ। ਇਹਨੇ ਕਰਨਾ ਕੀ ਆ, ਇਸ ਫੰਕਸ਼ਨ ਨੇ ਜਿਹੜਾ ਡੇਟਾ ਵਾ ਆਰਗੂਮੈਂਟਸ ਆ ਉਹਨਾਂ ਦਾ ਸਕੁਅਰ ਕਰਕੇ ਉਹਨਾਂ ਨੂੰ ਫੇਰ ਸਮ ਕਰਨਾ। ਅਗਰ ਆਪਣਾ ਸਕੁਅਰ ਨੂੰ ਸੋਲਵ ਕਰਾਂਗੇ ਤੇ ਫਿਰ ਆਪਣਾ ਆਨਸਰ ਬਣ ਜਾਊਗਾ 141। ਇਸ ਕਰਕੇ ਇਸ ਆਪਸ਼ਨ ਦਾ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ 141। ਨੈਕਸਟ ਕੁਐਸਚਨ ਹੈ ਫੰਕਸ਼ਨਸ ਇਨ MS ਐਕਸਲ ਮਸਟ ਬਿਗਿਨ ਵਿਦ। ਕਿ ਜਿੰਨੇ ਵੀ ਫੰਕਸ਼ਨਸ ਜਾਂ ਫਾਰਮੂਲਾਜ਼ ਆ MS ਐਕਸਲ ਦੇ ਅੰਦਰ ਉਹ ਕਿੱਥੋਂ ਸਟਾਰਟ ਹੁੰਦੇ ਆ। ਪਿਛਲੇ ਕੁਐਸਚਨ 'ਚ ਵੀ ਅਸੀਂ ਦੇਖਿਆ ਸੀਗਾ ਜਿਹੜਾ ਫੰਕਸ਼ਨ ਆ ਸਮ ਸਕੁਅਰ ਫੰਕਸ਼ਨ ਆ ਉਹ ਇਕੁਅਲ ਤੋਂ ਸਟਾਰਟ ਹੋਇਆ ਸੀਗਾ। ਤੇ ਇਸ ਕੁਐਸਚਨ ਦਾ ਵੀ ਆਨਸਰ ਫਿਰ ਕੀ ਆ, ਇਕੁਅਲ, ਕਿ ਜਿੰਨੇ ਵੀ ਫੰਕਸ਼ਨਸ ਆ ਉਹ ਇਕੁਅਲ ਤੋਂ ਸਟਾਰਟ ਹੋਣਗੇ। ਨੈਕਸਟ ਕੁਐਸਚਨ ਜਿਹੜਾ ਪਿਛਲੇ ਸਾਲ ਰੈਵਨਿਊ ਪਟਵਾਰੀ ਦੇ ਐਗਜ਼ਾਮ 'ਚ ਆਇਆ ਸੀ, ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨੂੰ ਧਿਆਨ ਨਾਲ ਕਰ ਲਓ। ਕੁਐਸਚਨ ਹੈ ਵਿਚ ਫੰਕਸ਼ਨ ਵਿਲ ਬੀ ਯੂਜ਼ਡ ਟੂ ਐਂਟਰ ਕਰੰਟ ਟਾਈਮ। ਕਰੰਟ ਟਾਈਮ ਅਗਰ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਅਸੀਂ ਕਿਹੜਾ ਫੰਕਸ਼ਨ ਯੂਜ਼ ਕਰਾਂਗੇ। ਕਰੰਟ ਟਾਈਮ ਪਤਾ ਕਰਨ ਵਾਸਤੇ ਨਾਰਮਲ ਬੱਚਿਆਂ ਨੇ ਜਿਹੜਾ ਆਨਸਰ ਦਿੱਤਾ ਸੀ ਉਹ ਦਿੱਤਾ ਸੀ C, ਪਰ C ਗਲਤ ਜਵਾਬ ਆ। ਬੱਚਿਆਂ ਨੂੰ ਇਹ ਲੱਗਦਾ ਕਿ ਟਾਈਮ ਆ ਤੇ ਟਾਈਮ ਰਿਟਰਨ ਕਰੇਗਾ, ਨਹੀਂ, ਇਹਦਾ ਸਹੀ ਜਵਾਬ ਹੈ ਨਾਓ ਫੰਕਸ਼ਨ। ਨਾਓ ਫੰਕਸ਼ਨ ਕੀ ਆ, ਸਾਨੂੰ ਕਰੰਟ ਟਾਈਮ ਵਿਦ ਕਰੰਟ ਡੇਟ, ਪਹਿਲਾਂ ਇਹ ਕਰੰਟ ਡੇਟ ਦੱਸਦਾ ਕਿ ਉਸ ਟਾਈਮ ਤੇ ਕਰੰਟ ਡੇਟ ਕੀ ਆ, ਤੇ ਨਾਲ ਦੇ ਨਾਲ ਉਸ ਟਾਈਮ ਤੇ ਜਿਹੜਾ ਜੋ ਵੀ ਕਰੰਟ ਟਾਈਮ ਹੋਊਗਾ ਉਹਨੇ ਉਹ ਕਰੰਟ ਟਾਈਮ ਵੀ ਸ਼ੋ ਕਰਨਾ ਵਾ। ਮਤਲਬ ਕਿ ਇਹ ਫੰਕਸ਼ਨ ਕਰੰਟ ਟਾਈਮ ਤੇ ਕਰੰਟ ਡੇਟ ਸ਼ੋ ਕਰਦਾ। ਯਾਦ ਕਰ ਲਓ ਇਹਨੂੰ, ਬਹੁਤ ਇੰਪੋਰਟੈਂਟ ਆ। ਬਾਕੀ ਆਪਸ਼ਨ ਅਸੀਂ ਸਿੱਧੇ ਹੀ ਅਸੀਂ ਗਲਤ ਕਰ ਸਕਦੇ ਸੀ ਕਿਉਂਕਿ B ਆਪਸ਼ਨ 'ਚ ਸਟਾਰਟਿੰਗ ਤੇ ਇਕੁਅਲ ਨਹੀਂ ਲੱਗਾ, ਇਸ ਕਰਕੇ ਗਲਤ ਹੋ ਗਈ। D ਆਪਸ਼ਨ ਵੀ ਗਲਤ ਆ, ਉਹਦੀ ਇਕੁਅਲ ਨਹੀਂ ਲੱਗਾ। ਤੇ ਜਿਹੜਾ C ਆਪਸ਼ਨ ਸੀਗੀ, C ਆਪਸ਼ਨ ਦਾ ਆਊਟਪੁੱਟ ਕੀ ਆਏਗੀ, ਇਹਨੂੰ ਕੁਛ ਆਪਾਂ ਇੱਦਾਂ ਯੂਜ਼ ਕਰਦੇ ਹਾਂ। ਇਹਦੇ ਅੰਦਰ ਸਾਨੂੰ 3 ਵੈਲਿਊ ਪਾਸ ਕਰਨੀ ਪੈਂਦੀਆਂ ਵਾ। ਪਹਿਲੀ ਵੈਲਿਊ ਅਸੀਂ ਪਾਸ ਕਰਦੇ ਹਾਂ ਕਿ ਬਈ ਉਸ ਟਾਈਮ ਤੇ ਪਹਿਲਾਂ ਅਸੀਂ ਸ਼ੋ ਕਰਦੇ ਹਾਂ, ਪਹਿਲੀ ਵੈਲਿਊ ਲਿਖਦੇ ਹਾਂ ਆਰ ਲਈ, ਦੂਸਰੀ ਵੈਲਿਊ ਲਿਖਦੇ ਹਾਂ ਮਿੰਟਸ ਲਈ, ਤੀਸਰੀ ਵੈਲਿਊ ਲਿਖਦੇ ਆਪਾਂ ਸੈਕਿੰਡਸ ਲਈ। ਤੇ ਇਹਨੇ ਕੁਛ ਜਿਹੜੀ ਆਊਟਪੁੱਟ ਆ ਇੱਦਾਂ ਸ਼ੋ ਕਰਨੀ ਕਿ 04 ਪਹਿਲੀ ਆਰ ਕਿੰਨੇ ਆ, ਫਿਰ ਮਿੰਟਸ ਕਿੰਨੇ ਆ, ਤੇ ਇਹਨੇ ਉਹਨੂੰ ਪ੍ਰੋਪਰ ਉਹੀ ਵੈਲਿਊ ਨੂੰ ਜਿਹੜੀ ਅਸੀਂ ਲਿਖੀਆਂ ਸੀਗੀਆਂ ਉਹਨੂੰ ਵੈਲਿਊ ਯੂਜ਼ ਕਰਕੇ ਪ੍ਰੋਪਰ ਟਾਈਮ ਦੇ ਫਾਰਮੈਟ ਸਾਨੂੰ ਸ਼ੋ ਕਰਨੀ ਹੈ। ਮਤਲਬ ਇਹ ਕੋਈ ਸਾਨੂੰ ਕਰੰਟ ਡੇ ਨਹੀਂ ਦੱਸ ਰਿਹਾ, ਜੋ ਅਸੀਂ ਵੈਲਿਊ ਪਾਸ ਕਰ ਰਹੇ ਹਾਂ ਉਹਦੇ ਬੇਸ ਤੇ ਸਾਨੂੰ ਟਾਈਮ ਦੱਸਦਾ ਵਾ। ਤੇ ਨੈਕਸਟ ਜਿਹੜਾ ਕੁਐਸਚਨ ਸੀਗਾ ਵੀ ਬਹੁਤ ਇੰਪੋਰਟੈਂਟ ਆ, ਪਿਛਲੇ ਸਾਲ ਰੈਵਨਿਊ ਪਟਵਾਰੀ ਦੇ ਐਗਜ਼ਾਮ 'ਚ ਆਇਆ ਸੀ। ਵਿਚ ਸਾਈਨ ਇਜ਼ ਯੂਜ਼ਡ ਟੂ ਸਪੈਸੀਫਾਈ ਅ ਸੈੱਲ ਰੇਂਜ। ਅਗਰ ਅਸੀਂ ਸੈੱਲ ਰੇਂਜ ਨੂੰ ਸਪੈਸੀਫਾਈ ਕਰਨਾ ਤੇ ਆਪਾਂ ਕਿਹੜਾ ਸਿੰਬਲ ਯੂਜ਼ ਕਰਦੇ ਹਾਂ, ਤੇ ਯਾਦ ਕਰ ਲਓ ਅਸੀਂ ਕੋਲਨ ਯੂਜ਼ ਕਰਦੇ ਹਾਂ। ਇਹਨੂੰ ਸਮਝਣ ਲਈ ਆਪਾਂ ਹਲਕਾ ਦੇਖ ਲੈਂਦੇ ਹਾਂ ਕਿ ਐਕਸਲ ਸ਼ੀਟ ਦੇ ਅੰਦਰ ਕਿੱਦਾਂ ਅਸੀਂ ਰੇਂਜ ਨੂੰ ਸਪੈਸੀਫਾਈ ਕਰਦੇ ਹਾਂ।
ਹੁਣ ਇਹਨੂੰ ਸਮਝਣ ਲਈ ਸਾਨੂੰ ਹਲਕਾ ਜਿਹਾ ਐਕਸਲ ਸ਼ੀਟ ਦੇ ਹਲਕੇ ਫੰਡਾਮੈਂਟਲ ਸਮਝਣੇ ਪੈਣੇ ਆ। ਅਗਰ ਅਸੀਂ ਸਮਝ ਲਾਂਗੇ ਅਸੀਂ ਇਹਦੇ ਨਾਲ ਬਾਕੀ ਹੋਰ ਜਿੰਨੇ ਕੁਐਸਚਨ ਪੇਪਰ 'ਚ ਇਹਦੇ ਰਿਲੇਟਡ ਆ ਸਕਦੇ ਉਹ ਵੀ ਆਸਾਨੀ ਨਾਲ ਸਮਝ ਲਵਾਂਗੇ। ਹੁਣ ਨੈਕਸਟ, ਅਗਰ ਮੰਨ ਲਓ ਕਿ ਅਗਰ ਮੈਂ ਕਿਸੇ ਦੋ ਸੈਲਸ ਨੂੰ ਐਡ ਕਰਨਾ ਚਾਹੁੰਦਾ ਵਾਂ, ਐਡ ਕਰਨ ਲਈ ਸਭ ਤੋਂ ਪਹਿਲਾਂ ਮੈਨੂੰ ਲਿਖਣਾ ਪੈਣਾ ਵਾ ਇਕੁਅਲ, ਤੇ ਫਿਰ ਮੈਨੂੰ ਸੈੱਲ ਨੂੰ ਸਿਲੈਕਟ ਕਰਨਾ ਪੈਣਾ ਕਿਹੜੇ ਸੈੱਲ ਨੂੰ ਮੈਂ ਕਿਹੜੇ ਸੈੱਲ ਤੇ ਆਪਰੇਸ਼ਨ ਕਰਨਾ ਚਾਹੁੰਦਾ। ਮੰਨ ਲਓ ਮੈਂ ਜਿਹੜਾ ਆਹ ਵਾਲਾ ਸੈੱਲ ਆ ਇਹਦੇ ਤੇ ਕਰਨਾ ਚਾਹੁੰਦਾ ਵਾ, ਜਿਹੜਾ ਸੈਕਿੰਡ ਸੈੱਲ ਆ, ਤੇ ਇਹਨੂੰ ਸਿਲੈਕਟ ਕਰਨ ਲਈ ਮੈਨੂੰ ਸਪੈਸੀਫਾਈ ਕਰਨਾ ਪੈਣਾ ਵਾ ਕਿ ਸੈੱਲ ਦੀ ਲੋਕੇਸ਼ਨ ਦੱਸਣੀ ਪੈਣੀ ਹੈ। ਜਿਹੜੀ ਸੈੱਲ ਦੀ ਲੋਕੇਸ਼ਨ ਹੈ ਬੀ ਕਾਲਮ ਦੇ ਅੰਦਰ ਤੇ ਸੈਕਿੰਡ ਰੋ ਦੇ ਅੰਦਰ। ਤੇ ਜਿਹੜਾ ਦੂਸਰਾ ਸੈੱਲ ਆ ਜਿਹੜਾ ਮੈਂ ਐਡ ਕਰਨਾ ਚਾਹੁੰਦਾ ਉਹ ਹੈ ਇਹ ਵਾਲਾ। ਇਹਨੂੰ ਮੈਂ ਜਾਂ ਤੇ ਲਿਖ ਸਕਦਾ ਵਾਂ, ਸਿੱਧੇ ਲਿਖ ਸਕਦਾ ਕਿ B ਇਹਦੀ ਕਾਲਮ ਆ ਤੇ 3 ਇਹਦੀ ਰੋ ਆ, ਜਾਂ ਇੱਕ ਹੋਰ ਤਰੀਕਾ ਵਾ ਕਿ ਮੈਂ ਇਹਨੂੰ ਸਿੱਧੇ ਕਲਿੱਕ ਕਰਦਾ ਤੇ ਆਪਣੇ ਆਪ ਹੀ ਇਸ ਸੈੱਲ ਦਾ ਜੋ ਵੀ ਐਡਰੈਸ ਆ, ਸੈੱਲ ਦੀ ਲੋਕੇਸ਼ਨ ਆਪਣੇ ਆਪ ਇਹਦੇ ਤੇ ਆ ਜਾਊਗੀ। ਹੁਣ ਅਗਰ ਮੈਨੂੰ ਐਂਟਰ ਕਰੂੰਗਾ ਤੇ ਦੋਨਾਂ ਦਾ ਰਿਜ਼ਲਟ ਆ ਜਾਏਗਾ ਇਸ ਸੈੱਲ ਦੇ ਅੰਦਰ। ਪਰ ਅਗਰ ਮੈਂ ਕੀ ਕਰਨਾ ਚਾਹੁੰਦਾ, ਅਗਰ ਮੈਂ ਨੈਕਸਟ ਮੈਂ ਸਾਰੇ ਸੈਲਸ ਨੂੰ ਐਡ ਕਰਨਾ ਚਾਹੁੰਦਾ ਵਾਂ ਤੇ ਮੈਂ ਕਿੱਦਾਂ ਕਰ ਸਕਦਾ ਵਾਂ? ਉਹਦਾ ਸਿੰਪਲ ਤਰੀਕਾ ਵਾ, ਉਹਦੇ ਲਈ ਆਪਣੇ ਕੋਲ ਫੰਕਸ਼ਨ ਹੈ ਸਮ, ਤੇ ਉਹਦੇ ਅੰਦਰ ਸਾਨੂੰ ਰੇਂਜ ਦੱਸਣੀ ਪੈਣੀ ਆ। ਹੁਣ ਰੇਂਜ ਆਪਾਂ ਕਿੱਦਾਂ ਦੱਸਦੇ ਆ? ਜਸਟ ਤੁਸੀਂ ਕਰਨਾ ਕੀ ਆ, ਸਾਰੇ ਸੈਲਸ ਨੂੰ ਇੱਕ ਵਾਰੀ ਸਿਲੈਕਟ ਕਰ ਲਓ ਤੇ ਆਪਣੇ ਆਪ ਦੇਖੋ ਤੁਹਾਡੇ ਸਾਹਮਣੇ ਰੇਂਜ ਆ ਗਈ ਆ ਕਿ B2 ਤੋਂ ਲੈ ਕੇ B6 ਤੱਕ। ਜਿਹੜਾ ਪਿਛਲਾ ਕੁਐਸਚਨ ਸੀਗਾ ਉਹਦੇ ਅੰਦਰ ਸੀਗਾ ਰੇਂਜ ਕਿੱਦਾਂ ਸਪੈਸੀਫਾਈ ਕਰਦੇ ਆ, ਉਹਦੇ ਅੰਦਰ ਵਿੱਚ ਜਿਹੜਾ ਸਿੰਬਲ ਲੱਗਦਾ ਉਹ ਹੈ ਕੋਲਨ। ਅਗਰ ਮੈਨੂੰ ਐਂਟਰ ਕਰਾਂਗਾ ਉਹਨੇ ਸਾਰੇ ਸੈਲਸ ਨੂੰ ਐਡ ਕਰਕੇ ਸਮ ਕਰਕੇ ਉਹਦਾ ਰਿਜ਼ਲਟ ਸ਼ੋ ਕਰ ਦੇਣਾ ਵਾ। ਹੁਣ ਨੈਕਸਟ ਕੁਐਸਚਨ ਜਿਹੜਾ ਪੰਜਾਬ ਮੰਡੀ ਬੋਰਡ ਦੇ ਆਇਆ ਸੀ ਉਹ ਹੈ ਟੂ ਮੂਵ ਟੂ ਦਾ ਪ੍ਰੀਵੀਅਸ ਵਰਕਸ਼ੀਟ ਪ੍ਰੈਸ। ਕਿ ਪ੍ਰੀਵੀਅਸ ਵਰਕਸ਼ੀਟ ਤੇ ਜਾਣ ਲਈ ਅਸੀਂ ਕੀ ਪ੍ਰੈਸ ਕਰਾਂਗੇ? ਇਹਦਾ ਜਿਹੜਾ ਆਨਸਰ ਉਹ ਹੈ ਕੰਟਰੋਲ ਪੇਜ ਅਪ। ਹੁਣ ਇਹਦਾ ਮਤਲਬ ਕੀ ਹੈ? ਅਗਰ ਮੰਨ ਲਓ ਕਿ ਆਪਣੇ ਤੋਂ ਕਿੰਨੀਆਂ ਸਾਰੀ ਵਰਕਸ਼ੀਟਸ ਆ, ਸ਼ੀਟ 1, ਸ਼ੀਟ 2, ਸ਼ੀਟ 3, ਸ਼ੀਟ 4। ਮੰਨ ਲਓ ਕਿ ਪਹਿਲਾਂ ਮੈਂ ਸ਼ੀਟ 3 ਤੇ ਕੰਮ ਕਰ ਰਿਹਾ ਸੀ, ਮੈਂ ਸ਼ੀਟ 4 ਤੇ ਆ ਗਿਆ, ਮੈਂ ਹੁਣ ਸ਼ੀਟ 3 ਤੇ ਜਾਣਾ ਚਾਹੁੰਦਾ ਵਾਂ, ਤੇ ਉਹਦਾ ਸ਼ਾਰਟਕਟ ਕੀ ਆ? ਤੇ ਮੈਨੂੰ ਇਹ ਵਾਲਾ ਸ਼ਾਰਟਕਟ ਡੈਟ ਇਜ਼ ਕੰਟਰੋਲ ਪੇਜ ਅਪ ਨੂੰ ਯੂਜ਼ ਕਰਨਾ ਪਏਗਾ। ਹੁਣ ਨੈਕਸਟ ਕੁਐਸਚਨ ਆ ਆਲ ਫਾਰਮੂਲਾ ਇਨ ਐਕਸਲ ਮਸਟ ਸਟਾਰਟ ਵਿਦ। ਇਹ ਕੁਐਸਚਨ ਅਸੀਂ ਪਹਿਲਾਂ ਵੀ ਕੀਤਾ ਸੀ, ਪਰ ਉਹਦੇ ਅੰਦਰ ਲਿਖਿਆ ਸੀਗਾ ਆਲ ਫੰਕਸ਼ਨਸ ਇਨ ਐਕਸਲ, ਵਿੱਚ ਲਿਖਿਆ ਹੈਗਾ ਆਲ ਫਾਰਮੂਲਾ। ਫੰਕਸ਼ਨ ਹੋਵੇ ਜਾਂ ਫਾਰਮੂਲਾ ਹੋਵੇ, ਸਾਰਿਆਂ ਦੇ ਸਟਾਰਟਿੰਗ ਤੇ ਅਸੀਂ ਯੂਜ਼ ਕਰਦੇ ਹਾਂ ਇਕੁਅਲ। ਨੈਕਸਟ ਕੁਐਸਚਨ ਯੂਜ਼ਿੰਗ ਦਾ F11 ਸ਼ਾਰਟ ਕੀ ਟੂ ਕ੍ਰੀਏਟ ਅ ਚਾਰਟ ਔਨ ਚਾਰਟ ਸ਼ੀਟ ਕ੍ਰੀਏਟ। ਕਿ F11 ਕੀ ਦੇ ਨਾਲ ਕੀ ਹੁੰਦਾ ਵਾ? ਇਹਦਾ ਸਹੀ ਆਨਸਰ ਆ ਇਹ 2 ਡਾਇਮੈਂਸ਼ਨਲ ਕਾਲਮ ਚਾਰਟ। ਇਹਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਹੁਣ ਅਗਰ ਆਪਾਂ ਕਿਸੇ ਡੇਟਾ ਨੂੰ ਆਪਾਂ ਚਾਰਟ ਵਾਈਜ਼ ਐਨਾਲਿਸਿਸ ਕਰਨਾ ਚਾਹੁੰਦੇ ਹਾਂ ਤੇ ਕਰਨਾ ਕੀ ਪਏਗਾ? ਪਹਿਲਾਂ ਉਹਨੂੰ ਸਿਲੈਕਟ ਕਰ ਲਓ, ਸਿਲੈਕਟ ਕਰਨ ਤੋਂ ਬਾਅਦ F11 ਨੂੰ ਪ੍ਰੈਸ ਕਰ ਦਿਓ। F11 ਨੂੰ ਪ੍ਰੈਸ ਕਰਾਂਗੇ ਤਾਂ ਚਾਰਟ ਵਾਈਜ਼ ਡੇਟਾ ਬਣ ਜਾਊਗਾ, ਜਿਹਨਾਂ ਤੁਸੀਂ ਉਹਨੂੰ ਐਨਾਲਿਸਿਸ ਆਰਾਮ ਦੇ ਨਾਲ ਕਰ ਸਕਦੇ ਹੋ। ਹੁਣ ਜਿਹੜਾ ਨੈਕਸਟ ਕੁਐਸਚਨ ਕਰਨਾ ਉਹ ਹੈ ਦ ਸੈੱਲ ਰੈਫਰੈਂਸ ਫॉर ਰੇਂਜ ਆਫ ਸੈਲਸ that starts in a cell B1 and goes over to column G and row 10। ਇਹਦੇ ਅੰਦਰ ਮੇਨਲੀ ਰੇਂਜ ਬਾਰੇ ਪੁੱਛੇਗਾ, ਪਰ ਰੇਂਜ ਕਿੱਦਾਂ ਸਪੈਸੀਫਾਈ ਕਰ ਸਕਦੇ, ਕਿੱਦਾਂ ਰੈਫਰ ਕਰ ਸਕਦੇ ਆ? ਅਸੀਂ ਪਹਿਲਾਂ ਹੀ ਪੜ੍ਹ ਲਿਆ ਸੀਗਾ ਕਿ ਰੇਂਜ ਨੂੰ ਸਪੈਸੀਫਾਈ ਕਰਨ ਲਈ ਅਸੀਂ ਕੋਲਨ ਯੂਜ਼ ਕਰਦੇ ਆ। ਇਹਨੂੰ ਆਨਸਰ ਕਰਨਾ ਬੜਾ ਸੌਖਾ, ਕਿਉਂਕਿ ਬਾਕੀ ਆਪਸ਼ਨ ਸੀ ਉਹਨਾਂ ਨੇ ਸਾਰੀਆਂ ਇੰਨੀਆਂ ਬੇਕਾਰ ਲਿਖੀਆਂ ਕਿ ਆਇਡੈਂਟੀਫਾਈ ਕਰਨਾ ਬੜਾ ਈਜ਼ੀ ਹੈ ਸਹੀ ਆਨਸਰ ਕੀ ਹੈ। ਕਿਉਂਕਿ ਪਹਿਲੀ ਆਪਸ਼ਨ 'ਚ ਮਾਈਨਸ ਲਿਖਿਆ, ਰੇਂਜ ਸਪੈਸੀਫਾਈ ਕਰਨ ਲਈ ਅਸੀਂ ਮਾਈਨਸ ਯੂਜ਼ ਨਹੀਂ ਕਰਦੇ, ਨਾ ਡੋਟ ਯੂਜ਼ ਕਰਦੇ, ਨਾ ਸੈਮੀਕੋਲਨ ਕਰਦੇ ਹਾਂ। ਤੇ ਰੇਂਜ ਸਪੈਸੀਫਾਈ ਕਰਨ ਲਈ ਅਸੀਂ ਯੂਜ਼ ਕਰਦੇ ਹਾਂ ਕੋਲਨ ਯੂਜ਼ ਕਰਦੇ ਹਾਂ, ਇਸ ਕਰਕੇ ਸਹੀ ਆਪਸ਼ਨ 4 ਆ। ਤੇ ਕਈ ਵਾਰ ਆਪਸ਼ਨਸ ਹੀ ਇੱਦਾਂ ਦੀ ਆ ਜਾਂਦੀਆਂ ਜਿਹਨੂੰ ਸਾਨੂੰ ਆਨਸਰ ਕਰਨਾ ਬੜਾ ਈਜ਼ੀ ਹੋ ਜਾਂਦਾ ਵਾ। ਹੁਣ ਇਹਨੂੰ ਸਮਝਣ ਲਈ, ਪੂਰੇ ਕੁਐਸਚਨ ਨੂੰ ਸਮਝਣ ਲਈ ਅਸੀਂ ਐਗਜ਼ਾਮਪਲ ਨਾਲ ਸਮਝਦੇ ਹਾਂ। ਉਹਨਾਂ ਨੇ ਪੁੱਛਿਆ ਕਿ ਰੇਂਜ ਸਟਾਰਟ ਹੋ ਰਹੀ ਹੈ B1 ਤੋਂ ਤੇ ਖਤਮ ਕਿੱਥੇ? ਰੇਂਜ ਸਟਾਰਟ ਹੋ ਰਹੀ ਆ B1 ਤੋਂ, ਖਤਮ ਕਿੱਥੇ ਹੋ ਰਹੀ ਆ ਆਪਣੀ ਗੱਲ? ਕੋਲਮ G ਆ ਤੇ ਰੋ ਕਿੰਨੀ ਆ 10। ਇਹਦੇ ਨਾਲ ਹੁਣ ਆਪਾਂ ਦੇਖਦੇ ਹਾਂ ਨਾਲ ਹੋਊਗਾ ਕੀ, ਸਿਲੈਕਟ ਕੀ ਹੋਊਗਾ। ਹੁਣ ਇਹ ਕਨਸੈਪਟ ਬਹੁਤ ਜ਼ਿਆਦਾ ਇੰਪੋਰਟੈਂਟ ਆ, ਰੇਂਜ ਨੂੰ ਸਪੈਸੀਫਾਈ ਕਰਨਾ। ਰੇਂਜ ਨੂੰ ਅਸੀਂ ਸਪੈਸੀਫਾਈ 3 ਤਰੀਕੇ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾ ਤਰੀਕਾ ਹੈ ਕੋਲਮ ਵਾਈਜ਼। ਅਗਰ ਆਪਾਂ ਕੋਲਮ ਵਾਈਜ਼ ਮੰਨ ਲਓ ਕਿ ਇਸ ਰੇਂਜ ਨੂੰ ਆਪਾਂ ਸਪੈਸੀਫਾਈ ਕਰਨਾ, ਪਹਿਲੇ 5 ਸੈਲਸ ਨੂੰ ਅਸੀਂ ਸਿਲੈਕਟ ਕਰਨਾ, ਤੇ ਕਿੱਦਾਂ ਕਰ ਸਕਦੇ ਹਾਂ? ਤੇ ਸਾਨੂੰ ਪਹਿਲਾਂ ਸਪੈਸੀਫਾਈ ਕਰਨਾ ਪੈਣਾ ਕਿ ਸਟਾਰਟ ਕਿੱਥੋਂ ਕਰਨਾ, ਫਿਰ ਕਿੱਥੇ ਖਤਮ ਕਰਨਾ। ਪਹਿਲੇ 5 ਅਸੀਂ ਕਰ ਲਏ। ਹੁਣ ਦੂਸਰਾ ਰੋ ਵਾਈਜ਼, ਅਗਰ ਆਪਾਂ ਰੋ ਵਾਈਜ਼ ਕਰਨਾ ਵਾ, ਅਗਰ ਆਪਾਂ ਰੋ ਵਾਈਜ਼ ਇਸ ਰੇਂਜ ਨੂੰ ਸਪੈਸੀਫਾਈ ਕਰਨਾ ਤੇ ਆਪਾਂ ਕਿੱਦਾਂ ਕਰ ਸਕਦੇ ਹਾਂ? ਤੇ ਉਹਦੇ 'ਚ ਵੀ ਸੇਮ ਹੀ ਆ। ਸ਼ੁਰੂ ਕਿੱਥੋਂ ਕਰਨਾ ਸੀ? ਸ਼ੁਰੂ ਅਸੀਂ ਕਰਨਾ A2 ਤੋਂ ਤੇ ਖਤਮ ਕਿੱਥੇ ਕਰਨਾ?
ਅਸੀਂ ਹੁਣ ਉਹਦੀ ਰੋ ਨੰਬਰ ਨਹੀਂ ਚੇਂਜ ਕਰਨਾ, ਇਸ ਕਰਕੇ ਲਾਸਟ 2 ਹੀ ਆਊਗਾ, ਜਸਟ ਅਸੀਂ ਉਹਦਾ ਕਾਲਮ ਚੇਂਜ ਕਰਨਾ। ਇਹਦਾ ਸਾਡੀ ਪੂਰੀ ਇੱਕ ਰੋ ਸਿਲੈਕਟ ਹੋ ਗਈ। ਹੁਣ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਅਗਰ ਅਸੀਂ ਪੂਰੇ ਇੱਕ ਟੇਬਲ ਦੀ ਰੇਂਜ ਨੂੰ ਸਪੈਸੀਫਾਈ ਕਰਨਾ ਤੇ ਉਹ ਕਿੱਦਾਂ ਕਰ ਸਕਦੇ ਹਾਂ। ਇਹ ਲਈ ਸਾਨੂੰ ਬਸ ਇਹ ਦੱਸਣਾ ਪੈਣਾ ਕਿ ਸ਼ੁਰੂ ਕਿੱਥੋਂ ਕਰਨਾ, ਇੱਧਰਲੀ ਸਭ ਤੋਂ ਉੱਪਰਲਾ ਤੇ ਉਸ ਟੇਬਲ ਦਾ ਲਾਸਟ ਵਾਲਾ ਸੈੱਲ ਦੀ ਰੇਂਜ ਸਪੈਸੀਫਾਈ ਕਰਨੀ ਪਏਗੀ। ਫੋਰ ਐਗਜ਼ਾਮਪਲ ਅਗਰ ਮੈਂ ਇੱਥੇ ਲਿਖਾਂਗਾ B1 ਕੋਲਨ ਤੇ ਖਤਮ ਕਿੱਥੇ ਕਰਨਾ, ਉਹ ਮੈਂ ਕਰਨਾ ਸਪੋਜ਼ ਕਰੋ D6 ਤੇ ਦੇਖੋ ਮੈਂ D6 ਲਿਖਿਆ, ਪੂਰੀ ਦਾ ਪੂਰਾ ਇੱਕ ਟੇਬਲ, ਇੱਕ ਪੂਰੀ ਰੋਜ਼ ਕੋਲਮ ਮਲਟੀਪਲ ਸਿਲੈਕਟ ਹੋ ਗਈਆਂ। ਜਿਹੜਾ ਪਿਛਲਾ ਕੁਐਸਚਨ ਸੀਗਾ ਉਹਦੇ ਅੰਦਰ ਸੀਗਾ B1 ਤੇ ਦੇਖੋ ਇਹ ਚੀਜ਼ ਤੁਸੀਂ ਆਪ ਦੇਖ ਕੇ ਮੈਨੂੰ ਦੱਸੋ, ਕਮੈਂਟ ਕਰੋ ਇਹ ਚ ਕੀ ਸਿਲੈਕਟ ਹੋਏਗਾ। ਇਹ ਜਿਹੜੀ ਰੇਂਜ ਆ ਕਾਲਮ ਵਾਈਜ਼ ਆ, ਰੋ ਵਾਈਜ਼ ਆ ਕਿ ਟੇਬਲ ਵਾਈਜ਼ ਆ। ਅਸੀਂ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਜਿਹੜਾ ਪੰਜਾਬ ਮਲਟੀ ਬੋਰਡ ਚ ਆਇਆ ਸੀਗਾ, ਯੂਜ਼ਿੰਗ ਦਾ auto sum button will replace in the selected cell। ਹੁਣ ਇਹਦਾ ਆਨਸਰ ਕੀ ਆ, ਇਹਨੂੰ ਪਹਿਲਾਂ ਆਪਾਂ ਸਮਝਦੇ ਹਾਂ auto sum button ਕੀ ਆ। auto sum ਜਿਹੜਾ ਬਟਨ ਆ, ਹੁਣ ਮੰਨ ਲਓ ਕਿ ਅਗਰ ਆਪਾਂ ਕਿਸੇ ਰੇਂਜ ਨੂੰ ਸਮ ਕਰਨਾ ਚਾਹੁੰਦੇ ਆ ਤੇ ਉਹਨੂੰ ਕਰਨ ਦੇ ਮੇਨਲੀ 3 ਤਰੀਕੇ ਆ। ਸਭ ਤੋਂ ਪਹਿਲਾ ਤਰੀਕਾ ਕਿ ਫਾਰਮੂਲਾ ਖੁਦ ਬਣਾਓ, ਇਕੁਅਲ ਟੂ ਪਹਿਲਾ ਸੈੱਲ ਸੀਗਾ C2 ਉਸ ਪਲੱਸ ਕਰੋ, ਫਿਰ ਦੂਸਰਾ ਸੀਗਾ D2, ਫਿਰ ਤੀਸਰਾ ਸੀਗਾ E2, ਐਂਟਰ ਪ੍ਰੈਸ ਕਰ ਦਿਓ, ਸਮ ਹੋ ਜਾਊਗਾ। ਜਿਹੜਾ ਸੈਕਿੰਡ ਮੈਥਡ ਆ ਉਹਦੇ ਅੰਦਰ ਅਸੀਂ ਯੂਜ਼ ਕਰਦੇ ਹਾਂ ਸਮ ਫੰਕਸ਼ਨ ਨੂੰ। ਇਹਦੇ ਅੰਦਰ ਅਸੀਂ ਫਿਰ ਕੀ ਸਪੈਸੀਫਾਈ ਕਰਾਂਗੇ, ਉਸ ਤੋਂ ਬਾਅਦ ਆਪਾਂ ਸਪੈਸੀਫਾਈ ਕਰਾਂਗੇ ਰੇਂਜ ਨੂੰ ਵਿਦ ਦਾ ਯੂਜ਼ ਆਫ ਕੋਲਨ। ਉਸ ਤੋਂ ਬਾਅਦ ਅਸੀਂ ਐਂਟਰ ਪ੍ਰੈਸ ਕਰ ਦਾਂਗੇ। ਇਹਦਾ ਰਿਜ਼ਲਟ ਵੀ ਕੀ ਹੋਏਗਾ, ਜੋ ਵੀ ਆਪਾਂ ਰਿਕਾਰਡ ਸਿਲੈਕਟ ਕੀਤੇ ਉਹ ਸਮ ਕਰ ਦੇਗਾ। ਤੀਸਰਾ ਤਰੀਕਾ ਡਿਫਰੈਂਟ ਹੈ, ਦੋਨੋਂ ਸੈੱਲਸ ਦੇ ਅੰਦਰ ਅਸੀਂ ਆਪ ਫਾਰਮੂਲਾ ਟਾਈਪ ਕਰ ਰਹੇ ਸੀਗੇ। ਹੁਣ ਤੀਸਰੇ ਦੇ ਅੰਦਰ ਸਾਨੂੰ ਟਾਈਪ ਕਰਨ ਦੀ ਲੋੜ ਨਹੀਂ, ਸਿੱਧੇ ਰੇਂਜ ਸਿਲੈਕਟ ਕਰ ਲਓ ਜਿਹਨੂੰ ਤੁਸੀਂ ਸਮ ਕਰਨਾ ਚਾਹੁੰਦੇ ਹੋ ਤੇ ਉੱਪਰ ਆਟੋ ਸਮ ਦਾ ਬਟਨ ਬਣਿਆ ਜਿਹੜੇ ਬਾਰੇ ਪੁੱਛਿਆ ਗਿਆ ਵਾ, ਇਹਨੂੰ ਕਲਿੱਕ ਕਰੋ, ਉਹਨੇ ਆਪਣੇ ਆਪ ਨੈਕਸਟ ਸੈੱਲ ਦੇ ਸਮ ਕਰਕੇ ਤੁਹਾਨੂੰ ਆਨਸਰ ਦੇ ਦੇਣਾ। ਤੇ ਕੁਐਸਚਨ ਕੀ ਸੀਗਾ ਕਿ ਆਟੋ ਸਮ ਫੰਕਸ਼ਨ ਦਾ ਕੀ ਕੰਮ ਆ, ਇਹਦਾ ਆਨਸਰ ਹੈ ਇਹ ਸਾਰੀ ਵੈਲਿਊ ਨੂੰ ਕੀ ਕਰ ਦੇਗਾ, ਐਡ ਕਰ ਦੇਗਾ। ਕਿਹੜੀ ਵੈਲਿਊ ਨੂੰ ਐਡ ਕਰੇਗਾ, ਜਿਹੜੀ ਅਸੀਂ ਰੇਂਜ ਕੀ ਕੀਤੀ ਆ, ਸਿਲੈਕਟ ਕੀਤੀ ਆ। ਨੈਕਸਟ you can copy cell formats from one cell to another by using the ਅਗਰ ਆਪਾਂ ਕਿਸੇ ਇੱਕ ਸੈੱਲ ਦਾ ਫਾਰਮੈਟ ਦੂਜੇ ਸੈੱਲ 'ਚ ਕਰਨਾ ਚਾਹੁੰਦੇ ਹਾਂ ਤੇ ਇਹਦੇ ਲਈ ਇੱਕ ਆਪਸ਼ਨ ਆਪਣੇ ਕੋਲ ਫੀਚਰ ਹੈ ਐਕਸਲ ਦੇ ਅੰਦਰ ਅਵੇਲੇਬਲ, ਡੈਟ ਇਜ਼ ਫਾਰਮੈਟ ਪੈਂਟਰ। ਹੁਣ ਫਾਰਮੈਟ ਪੈਂਟਰ ਕੀ ਆ ਉਹਨੂੰ ਅਸੀਂ ਦੇਖਦੇ ਹਾਂ। ਅਗਰ ਹੁਣ ਮੰਨ ਲਓ ਅਗਰ ਤੁਸੀਂ ਕਿਸੇ ਸੈੱਲ ਦੇ ਅੰਦਰ ਕੋਈ ਤੁਸੀਂ ਫਾਰਮੈਟ ਆ, ਜਿੱਦਾਂ ਐਗਜ਼ਾਮਪਲ ਮੈਂ ਸੈੱਲ ਦਾ ਫਾਰਮੈਟ, ਮੈਂ ਇਹਦੀ ਡਿਜ਼ਾਈਨਿੰਗ ਆ ਜਿਹੜਾ ਫਾਰਮੈਟ ਆ ਕੁਛ ਇੱਦਾਂ ਕਰ ਦਿੰਦਾ। ਮੈਂ ਚਾਹੁੰਦਾ ਕਿ ਜਦੋਂ ਮੈਂ ਇਹ ਫਾਰਮੈਟ ਬਾਕੀ ਸੈੱਲਸ 'ਤੇ ਵੀ ਜਦੋਂ ਮੈਂ ਕਾਪੀ ਕਰਾਂ, ਬਾਕੀ ਸੈੱਲ 'ਤੇ ਵੀ ਇਹਦੇ ਡਿਜ਼ਾਈਨ ਇਫੈਕਟ ਆ ਜਾਣ। ਅਤੇ ਫਿਰ ਕਰਨਾ ਕੀ ਆ, ਜਸਟ ਜਾਓ ਬਰਸ਼ 'ਤੇ, ਇਸ ਬਰਸ਼ ਨੂੰ ਕਹਿੰਦੇ ਆ ਫਾਰਮੈਟ ਪੈਂਟਰ, ਇਹਨੂੰ ਸਿਲੈਕਟ ਕਰ ਲਓ। ਸਿਲੈਕਟ ਕਰਨ ਦੇ ਬਾਅਦ ਕਿਤੇ ਵੀ ਜਸਟ ਕਲਿੱਕ ਕਰ ਦਿਓ ਅਤੇ ਉਹ ਜਿਹੜੇ ਡਿਜ਼ਾਈਨ ਆ ਫਾਰਮੈਟ ਆ ਦੂਸਰੇ 'ਤੇ ਵੀ ਐਪਲੀਕੇਬਲ ਹੋ ਜਾਊਗੇ। ਇਸ ਫੀਚਰ ਨੂੰ ਅਸੀਂ ਬੋਲਦੇ ਹਾਂ ਫਾਰਮੈਟ ਪੈਂਟਰ। ਅਗਲਾ ਕੁਐਸਚਨ, ਵਿਚ ਸਿੰਬਲ ਇਜ਼ ਯੂਜ਼ਡ ਫॉर ਐਬਸੋਲਿਊਟ ਰੈਫਰੈਂਸ ਇਨ ਦਾ MS ਐਕਸਲ। ਅਗਰ ਅਸੀਂ ਐਬਸੋਲਿਊਟ ਰੈਫਰੈਂਸ ਕਰਨੇ ਆ ਯੂਜ਼ ਤੇ ਕਿਹੜਾ ਸਿੰਬਲ ਯੂਜ਼ ਹੁੰਦਾ, ਤੇ ਉਹਦਾ ਆਨਸਰ ਹੈ $। ਹੁਣ ਇਹਨੂੰ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਹੁਣ ਰੈਫਰੈਂਸ ਮੇਨਲੀ ਆਪਣੇ ਕੋਲ ਐਕਸਲ ਦੇ ਅੰਦਰ 3 ਤਰ੍ਹਾਂ ਦੇ ਹੁੰਦੇ ਆ। ਮੇਨਲੀ ਵੈਸੇ 2 ਤਰ੍ਹਾਂ ਦੇ ਹੁੰਦੇ ਆ, ਦੈਟ ਇਜ਼ ਐਬਸੋਲਿਊਟ, ਰਿਲੇਟਿਵ। ਥਰਡ ਵਨ ਇਜ਼ ਮਿਕਸਡ। ਮੇਨਲੀ ਪੇਪਰ 'ਚ 2 ਪੁੱਛੇ ਜਾਂਦੇ ਆ, ਐਬਸੋਲਿਊਟ ਤੇ ਰਿਲੇਟਿਵ। ਹੁਣ ਮੰਨ ਲਓ ਮੈਂ ਸਾਰੇ ਸਟੂਡੈਂਟ ਦਾ ਰਿਜ਼ਲਟ ਪਤਾ ਕਰਨਾ ਚਾਹੁੰਦਾ, ਟੋਟਲ ਪਤਾ ਕਰਨਾ ਚਾਹੁੰਦਾ, ਆਪਾਂ ਕਿੱਦਾਂ ਕਰ ਸਕਦੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਫਾਰਮੂਲਾ ਲਗਾਵਾਂਗੇ। ਪਹਿਲਾਂ ਸੈੱਲ ਸਿਲੈਕਟ ਕਰ ਲਓ C2, ਫਿਰ ਨੈਕਸਟ ਸੈੱਲ ਸਿਲੈਕਟ ਕਰ ਲਓ, ਫਿਰ ਉਸ ਤੋਂ ਬਾਅਦ ਨੈਕਸਟ ਸੈੱਲ ਸਿਲੈਕਟ ਕਰ ਲਓ, ਫਿਰ ਐਂਟਰ ਪ੍ਰੈਸ ਕਰੋ। ਪਹਿਲੇ ਸਟੂਡੈਂਟ ਦਾ ਸਮ ਹੋ ਕੇ ਆ ਗਿਆ। ਹੁਣ ਮੈਂ ਬਾਕੀ ਸਟੂਡੈਂਟ ਦਾ ਵੀ ਸਮ ਪਤਾ ਕਰਨਾ ਵਾ, ਟੋਟਲ ਪਤਾ ਕਰਨਾ, ਤੇ ਆਪਾਂ ਉਹਦੇ ਲਈ ਬਾਰ-ਬਾਰ ਫਾਰਮੂਲਾ ਨਹੀਂ ਲਗਾਵਾਂਗੇ। ਜੈਸੇ ਇੱਕ ਵਾਰੀ ਫਾਰਮੂਲਾ ਲਗਾਤਾ, ਫਿਰ ਉਸ ਤੋਂ ਬਾਅਦ ਜਿਹੜੇ ਸੈੱਲ 'ਤੇ ਫਾਰਮੂਲਾ ਲਗਾਇਆ ਅਸੀਂ ਅਪਲਾਈ ਕੀਤਾ ਵਾ, ਉਸ ਸੈੱਲ ਦੇ ਬਿਲਕੁਲ ਕੋਰਨਰ 'ਤੇ ਜਾ ਕੇ ਜਦੋਂ ਬਲੈਕ ਕਲਰ ਦਾ ਸਿੰਬਲ ਆ ਜਾਏਗਾ, ਪਲੱਸ ਦਾ ਸਿੰਬਲ ਆ ਜਾਏਗਾ, ਉੱਥੇ ਜਾ ਕੇ ਤੁਸੀਂ ਡਰੈਗ ਕਰ ਲਓ ਤੇ 2 ਵਾਰੀ ਕਲਿੱਕ ਕਰ ਦਿਓ ਤੇ ਬਾਕੀਆਂ 'ਤੇ ਵੀ ਆਟੋਮੈਟਿਕ ਉਹ ਫਾਰਮੂਲਾ ਅਪਲਾਈ ਹੋ ਜਾਊਗਾ। ਪਰ ਤੁਸੀਂ ਇੱਕ ਗੱਲ ਨੋਟ ਕਰੋ ਕਿ ਪਹਿਲੇ ਸੈੱਲ 'ਚ ਜਿਹੜਾ ਮੈਂ ਫਾਰਮੂਲਾ ਲਗਾਇਆ ਸੀ, ਜਿਹੜੀ ਰੇਂਜ ਸਪੈਸੀਫਾਈ ਕੀਤੀ ਸੀ, ਰੈਫਰੈਂਸ ਦਿੱਤਾ ਸੀ, ਉਹ ਸੀ C2 D2। ਅਗਲੇ ਸੈੱਲ 'ਚ ਉਹ ਆਪਣੇ ਆਪ C2 ਤੋਂ C3 ਹੋ ਗਿਆ ਤੇ ਅਗਲੇ ਸੈੱਲ 'ਚ ਉਹ C3 ਤੋਂ C4 ਹੋ ਗਿਆ। ਇਹ ਆਪਣੇ ਆਪ ਚੇਂਜ ਹੋ ਗਿਆ ਕਿਉਂਕਿ ਜਿਹੜੇ ਰੈਫਰੈਂਸ ਕੀਤਾ ਸੈੱਲਸ ਨੂੰ ਇਹ ਹੈਗਾ ਵਾ, ਇਹ ਆ ਰਿਲੇਟਿਵ। ਪਰ ਅਗਰ ਇਹਦੇ 'ਤੇ ਅਗਰ ਇਹੀ ਕੰਮ ਦੇ ਅੰਦਰ ਅਗਰ ਮੈਂ ਇੱਥੇ $ਸਾਈਨ ਲਗਾ ਦਿੰਦਾ, ਜਿੰਨਾ ਰੈਫਰੈਂਸ ਆ ਉਹ ਐਬਸੋਲੂਟ ਹੋ ਜਾਣਾ ਸੀਗਾ।
ਤੇ ਅਗਰ ਮੈਂ ਇੱਥੇ ਡਾਲਰ ਸਾਈਨ ਲਗਾ ਦਿੰਦਾ ਸਾਰਿਆਂ ਦੇ ਉੱਤੇ ਤੇ ਫਿਰ ਦੇਖੋ ਉਹਦਾ ਇਫੈਕਟ ਕੀ ਆਣਾ ਸੀਗਾ। ਡਾਲਰ ਸਾਈਨ ਲਗਾਉਣ ਦੇ ਅੰਦਰ ਸਾਨੂੰ ਰੋ ਨੰਬਰ ਤੇ ਕਾਲਮ ਨੰਬਰ ਦੋਨਾਂ ਦੇ ਅੱਗੇ ਸਾਨੂੰ ਲਗਾਉਣਾ ਪਏਗਾ। ਅਗਰ ਆਪਾਂ ਉੱਥੇ ਲਗਾਵਾਂਗੇ, ਹੁਣ ਮੈਂ ਦੁਬਾਰਾ ਮੈਂ ਕਰਾਂਗਾ ਤੇ ਫਿਰ ਉਹਨਾਂ ਕੀ ਹੋਊਗਾ। ਦੁਬਾਰਾ ਕਰਨ ਦੇ ਨਾਲ ਦੇਖੋ ਮੈਂ ਡਰੈਗ ਤੇ ਕੀਤਾ ਪਰ ਜਿਹੜਾ ਰਿਜ਼ਲਟ ਆ ਚੇਂਜ ਨਹੀਂ ਹੋਇਆ, ਕਿਉਂਕਿ ਉਹਨੇ ਫਿਰ ਜਿਹੜਾ ਰੈਫਰੈਂਸ ਸੀਗਾ, ਜਿਹੜਾ ਫਾਰਮੂਲਾ ਵਾ, ਉਹ ਸਾਰਿਆਂ ਤੇ ਫਿਕਸਡ ਹੋ ਗਿਆ। ਅਗਰ ਅਸੀਂ ਫਿਕਸਡ ਫਾਰਮੂਲਾ, ਫਿਕਸਡ ਜਿਹੜੀ ਰੇਂਜ ਆ, ਫਿਕਸਡ ਰੈਫਰੈਂਸ ਦੇਣਾ ਚਾਹੁੰਦੇ ਕਿਤੇ, ਤੇ ਅਸੀਂ ਐਬਸੋਲੂਟ ਯੂਜ਼ ਕਰਦੇ ਹਾਂ। ਹੁਣ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ। ਅਗਲਾ ਕੁਐਸਚਨ ਕੀ ਹੈ, ਬਹੁਤ ਇੰਪੋਰਟੈਂਟ ਕੁਐਸਚਨ। what is the purpose of VLOOKUP function in the MS Excel? VLOOKUP function ਦਾ ਕੀ ਰੋਲ ਆ, ਇਹਦਾ ਕੰਮ ਕੀ ਆ? ਇਟ ਫਾਈਂਡਸ ਦਾ ਰਿਲੇਟਡ ਰਿਕਾਰਡਸ। ਅਗਰ ਕੋਈ ਆਪਣੇ ਕੋਲ ਡੇਟਾ ਉਹਦੇ ਅੰਦਰ ਅਸੀਂ ਕੋਈ ਸਪੈਸੀਫਿਕ ਰਿਕਾਰਡਸ ਰਿਲੇਟਡ ਰਿਕਾਰਡ ਫਾਈਂਡ ਕਰਨਾ ਚਾਹੁੰਦੇ ਹਾਂ ਤੇ ਅਸੀਂ VLOOKUP ਫੰਕਸ਼ਨ ਨੂੰ ਅਸੀਂ ਯੂਜ਼ ਕਰਦੇ ਹਾਂ। ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸ਼ਾਰਟ ਕੀਜ਼ ਇਜ਼ ਯੂਜ਼ਡ ਟੂ ਓਪਨ ਅ ਨਿਊ ਵਰਕਬੁੱਕ ਇਨ ਦਾ MS Excel? ਇਹ ਵਾਲੇ ਕੁਐਸਚਨ ਦੇ ਪੇਪਰ 'ਚ ਪੱਕਾ ਆਉਂਦੇ ਹੀ ਆਉਂਦੇ ਕਿ ਸ਼ਾਰਟ ਕੀਜ਼ ਕਿਹੜੀਆਂ MS Excel 'ਚ ਨੇ। ਤੇ ਕਿਸੇ ਨਿਊ ਐਕਸਲ ਵਰਕਬੁੱਕ ਨੂੰ ਓਪਨ ਕਰਨ ਲਈ ਜਿਹੜੀ ਸ਼ਾਰਟ ਕੀ ਆ, ਉਹ ਹੈ Ctrl+N। ਇਹਦੇ ਨਾਲ ਹੀ ਤੁਸੀਂ ਸਾਰੀਆਂ ਬਾਕੀ ਸ਼ਾਰਟ ਕੀਜ਼ ਵੀ ਯਾਦ ਕਰ ਲਓ। ਹੁਣ ਮੈਂ ਸਕਰੀਨ ਤੇ ਤੁਹਾਨੂੰ ਸਾਰੀਆਂ ਐਕਸਲ ਦੀ ਸ਼ਾਰਟ ਕੀਜ਼ ਸ਼ੋਅ ਕੀਤੀਆਂ ਵਾ ਤੇ ਤੁਸੀਂ ਇਹ ਸ਼ਾਰਟ ਕੀਜ਼ ਨੂੰ ਸਾਰਿਆਂ ਨੂੰ ਯਾਦ ਕਰ ਲਓ। ਇਹ ਸਾਰੀਆਂ ਯਾਦ ਨਹੀਂ ਕਰਨੀਆਂ, ਐਟਲੀਸਟ ਜਿਹੜੀਆਂ ਲੈਫਟ ਸਾਈਡ ਤੇ ਆ ਸ਼ਾਰਟ Ctrl+A, Ctrl+V, Ctrl+C, ਆ ਹੁਣੇ ਕੁਐਸਚਨ 'ਚ ਮੈਂ ਦੱਸਿਆ ਸੀ Ctrl+N ਬਾਰੇ ਪੁੱਛਿਆ ਨਿਊ ਵਰਕਬੁੱਕ, ਐਟਲੀਸਟ ਆਹ ਵਾਲੀਆਂ ਯਾਦ ਕਰ ਲਓ। ਬਾਕੀ ਤੁਸੀਂ ਭਲਾ ਰਹਿਣ ਦਿਓ, ਬਾਕੀ ਬਾਰੇ ਬਹੁਤ ਘੱਟ ਪੁੱਛਦੇ। ਇਹ 'ਚ ਵੀ ਤੁਹਾਨੂੰ ਮੇਨ ਮੈਂ ਤੁਹਾਨੂੰ ਜਿਹੜੀਆਂ ਪੇਪਰ ਚਾਹੀਆਂ ਉਹ ਕਰਵਾ ਦੂੰਗਾ, ਪਰ ਜਿਹੜੀਆਂ ਆਹ ਵਾਲੇ ਲੈਫਟ ਸਾਈਡ ਵਾਲੀਆਂ ਜਿਹੜੀਆਂ ਸ਼ਾਰਟ ਕੀਜ਼ ਆ, ਜਿਹੜੀਆਂ 15 ਕਾ ਸ਼ਾਰਟ ਕੀਜ਼ ਆ, ਇਹਨੂੰ ਜ਼ਰੂਰ ਯਾਦ ਕਰ ਲਓ। ਨੈਕਸਟ ਕੁਐਸਚਨ ਆ, ਇਹ 'ਚ ਪੁੱਛਿਆ ਗਿਆ ਕਿ ਦਾ ਫਾਰਮੂਲਾ ਇਨ ਸੈੱਲ D5, ਕਿ ਇੱਕ ਸੈੱਲ D5 ਆ, ਉਹ 'ਚ ਅਸੀਂ ਆਹ ਫਾਰਮੂਲਾ ਸੀਗਾ ਲਗਾਇਆ ਹੋਇਆ ਤੇ ਉਹਨੂੰ ਅਸੀਂ ਕਾਪੀ ਕਰਤਾ ਇੱਕ D9 ਸੈੱਲ ਦੇ ਅੰਦਰ। ਤੇ ਜਿਹੜਾ D9 ਸੈੱਲ ਆ ਉਹਦਾ ਕੀ ਉਹ 'ਚ ਕਾਪੀ ਹੋਊਗਾ? ਸਾਨੂੰ ਪਤਾ ਕਿ ਜਿਹੜਾ ਫਾਰਮੂਲਾ ਵਾ ਇਹਦੇ ਅੰਦਰ ਜਿਹੜੀ ਰੇਂਜ ਸਪੈਸੀਫਾਈ ਕੀਤੀ ਗਈ ਰਿਲੇਟਿਵ ਆ। ਅਗਰ ਇਹਦੇ ਅੰਦਰ ਇਸ ਫਾਰਮੂਲੇ ਦੇ ਅੰਦਰ ਜਿਹੜੀ ਆਪਾਂ ਰੇਂਜ ਆ ਉਹਦੇ ਅੱਗੇ ਅਗਰ ਆਪਾਂ ਇਹਨੂੰ ਐਬਸੋਲੂਟ ਬਣਾ ਦਿੰਦੇ ਆ, ਐਬਸੋਲੂਟ ਬਣਾਉਣ ਲਈ ਸਾਨੂੰ ਪਤਾ ਵਾ ਰੈਫਰੈਂਸ ਦੇ ਅੱਗੇ ਸਾਨੂੰ ਡਾਲਰ ਸਾਈਨ ਲਗਾਉਣੇ ਪੈਂਦੇ ਆ ਤੇ ਉਹਦੇ ਨਾਲ ਇਹਨੇ ਐਬਸੋਲੂਟ ਬਣ ਜਾਣਾ ਸੀਗਾ। ਇਹਨਾਂ ਕਿ ਜਿੱਥੇ ਵੀ ਆਪਾਂ ਕਾਪੀ ਕਰਦੇ ਤੇ ਸਾਰੇ ਜਗ੍ਹਾ D1 D4 ਫਿਕਸਡ ਹੋ ਜਾਂਦੇ ਸੀਗੇ, ਪਰ ਇੱਥੇ ਨਹੀਂ ਯੂਜ਼ ਕੀਤਾ ਗਿਆ। ਇਹ ਰਿਲੇਟਿਵ ਰੇਂਜ ਆ, ਇਸ ਕਰਕੇ ਫਿਕਸ ਨਹੀਂ ਰਹਿਣੇ। ਹੁਣ ਜਦੋਂ ਆਪਾਂ ਇਹਨੂੰ D9 'ਚ ਕਾਪੀ ਕਰਾਂਗੇ, ਇਹਨੇ ਆਪਣੇ ਆਪ ਨੂੰ ਚੇਂਜ ਕਰ ਲੈਣਾ, ਚੇਂਜ ਕਰਕੇ ਇਹਨੇ D5 ਤੋਂ D8 ਬਣ ਜਾਣਾ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸੌਫਟਵੇਅਰ ਇਜ਼ ਮੋਸਟ ਐਪਰੋਪ੍ਰੀਏਟ ਫॉर ਪਰਫਾਰਮ ਸਟੈਟਿਸਟੀਕਲ ਕੈਲਕੂਲੇਸ਼ਨਸ? ਉਹ ਸਾਨੂੰ ਪਤਾ ਕਿ ਜਿੰਨੀਆਂ ਵੀ ਕੈਲਕੂਲੇਸ਼ਨ ਕਰਨ ਲਈ ਸਭ ਤੋਂ ਵਧੀਆ ਜਿਹੜਾ ਸੌਫਟਵੇਅਰ ਉਹ ਐਕਸਲ ਆ। ਐਕਸਲ ਨੂੰ ਅਸੀਂ ਸਪਰੈਡਸ਼ੀਟ ਵੀ ਕਹਿ ਦਿੰਦੇ ਹਾਂ। ਹੁਣ ਨੈਕਸਟ ਕੁਐਸਚਨ ਆ ਕਿ ਦਾ ਫੰਕਸ਼ਨ ਸੀਲਿੰਗ ਵਿਲ ਗਿਵ ਰਿਜ਼ਲਟ ਆਫ। ਹੁਣ ਜਿਹੜਾ ਸੀਲਿੰਗ ਫੰਕਸ਼ਨ ਆ, ਪਹਿਲਾਂ ਤੁਹਾਨੂੰ ਆਹ ਸਮਝਣਾ ਪੈਣਾ ਕਿ ਜਿਹੜਾ ਸੀਲਿੰਗ ਫੰਕਸ਼ਨ ਹੈ ਇੱਕ ਰਾਊਂਡ ਆਫ ਫੰਕਸ਼ਨ ਆ। ਇਹ ਦੋ ਤਰ੍ਹਾਂ ਦੇ ਫੰਕਸ਼ਨ ਹੁੰਦੇ ਆ। ਰਾਊਂਡ ਆਫ ਫੰਕਸ਼ਨ ਮੇਨਲੀ ਦੋ ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਤੇ ਆਪਾਂ ਦੇਖ ਲਿਆ, ਪਹਿਲਾਂ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੀਲਿੰਗ। ਦੂਸਰਾ ਜਿਹੜਾ ਫੰਕਸ਼ਨ ਹੁੰਦਾ ਸੀਲਿੰਗ ਰਾਊਂਡ ਆਫ ਦਾ, ਉਹ ਹੈ ਫਲੋਰ। ਜਿਹੜੀ ਆਪਾਂ ਸੈਕਿੰਡ ਵੈਲਿਊ 'ਚ ਦਿੰਦੇ ਆ, ਇਹਦਾ Z ਜਦੋਂ ਆਪਾਂ ਰਾਊਂਡ ਆਫ ਕਰਨੇ ਆ ਉਹ ਕਿਹਦੇ ਮਲਟੀਪਲ ਤੇ ਕਰਨੇ ਆ। ਅਗਰ ਆਪਾਂ ਦੇਖੀਏ ਤੇ ਇਹਦਾ ਮਤਲਬ ਕੀ ਆ, ਜਦੋਂ ਆਪਾਂ ਇਸ ਵੈਲਿਊ ਨੂੰ ਰਾਊਂਡ ਆਫ ਕਰਨਾ ਵਾ, ਇੱਥੇ ਜਿਹੜੀ ਵੈਲਿਊ ਦਿੱਤੀ ਗਈ ਆ ਉਹ 283 ਆ, ਉਹ 2 ਦੇ ਟੇਬਲ ਤੇ ਨਹੀਂ ਆ ਰਹੀ, ਆਪਾਂ 2 ਦੇ ਟੇਬਲ ਤੇ ਇਹਨੂੰ ਰਾਊਂਡ ਆਫ ਕਰਨਾ। ਇਹਦੀ ਜਿਹੜੀ ਉੱਪਰਲੀ ਵੈਲਿਊ ਹੋਊਗੀ, ਉੱਪਰਲੀ ਰੇਂਜ ਹੋਊਗੀ, ਜਦੋਂ ਆਪਾਂ ਰਾਊਂਡ ਕਰਾਂਗੇ ਉਹ ਬਣੂਗੀ 284। ਜਿਹੜੀ ਇਹਦੀ ਨੀਚਲੀ ਵੈਲਿਊ ਰਾਊਂਡ ਆਫ ਕਰਨ ਦੇ ਬਣੂਗੀ 282। ਅਗਰ ਆਪਾਂ ਰਾਊਂਡ ਕਰ ਲਿਆ, ਆਪਾਂ ਨੀਚੇ ਵਾਲੀ ਵੈਲਿਊ ਚਾਹੁੰਦੇ ਆ ਤੇ ਅਸੀਂ ਫਲੋਰ ਫੰਕਸ਼ਨ ਯੂਜ਼ ਕਰਨਾ। ਅਗਰ ਅਸੀਂ 284 ਵੈਲਿਊ ਚਾਹੁੰਦੇ ਉੱਪਰ ਵਾਲੀ ਤੇ ਸੀਲਿੰਗ ਫੰਕਸ਼ਨ ਕਰਨਾ। ਤੇ ਇਸ ਕਰਕੇ ਇਹਦਾ ਜਿਹੜਾ ਆਨਸਰ ਆਊਗਾ 284 ਆਏਗਾ, 19284। ਅਗਲਾ ਕੁਐਸਚਨ ਆ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਰਮ ਯੂਜ਼ਡ ਇਨ ਸਪਰੈਡਸ਼ੀਟ? ਕਿਹੜੀ ਇਹਨਾਂ 'ਚ ਟਰਮਸ ਜਿਹੜੀ ਸਪਰੈਡਸ਼ੀਟ ਦੀ ਨਹੀਂ ਆ? ਸਾਨੂੰ ਪਤਾ ਜਿਹੜੀ ਸੈੱਲ ਆ ਸੈਕਿੰਡ ਆ, ਇਹ ਤੇ ਸਪਰੈਡਸ਼ੀਟ, ਇਹ ਕਿਹੜਾ ਖਾਨਾ ਇੱਕ ਸੈੱਲ ਆ, ਉਹ ਹੈ ਨਾ, ਇਹ ਸਪਰੈਡਸ਼ੀਟ ਦੀ ਟਰਮ ਆ। ਫਾਰਮੂਲਾ ਬਾਅਦ 'ਚ ਅਸੀਂ ਫਾਰਮੂਲਾ ਲਗਾਉਂਦੇ ਆ। ਕਰੈਕਟਰ ਜਿਹੜਾ ਸੈੱਲ ਦੇ ਅੰਦਰ ਆਪਾਂ ਕਰੈਕਟਰ ਇਨਸਰਟ ਕਰ ਰਹੇ ਹਾਂ। ਬਰਾਊਜ਼ਰ ਦਾ ਕੋਈ ਲਿੰਕ ਨਹੀਂ ਹੈ ਇਹਦੇ ਨਾਲ, ਇਸ ਕਰਕੇ ਇਹਦਾ ਆਨਸਰ ਆ ਬਰਾਊਜ਼ਰ।
अगला क्वेश्चन देखते हैं। अगला क्वेश्चन है विच ऑफ द फॉलोइंग ਕੰਬੀਨੇਸ਼ਨਸ ਆਫ ਕੀਜ਼ ਇਜ਼ ਯੂਜ਼ਡ ਟੂ ਕਲੋਜ਼ MS ਐਕਸਲ। ਹੁਣੇ ਮੈਂ ਤੁਹਾਨੂੰ ਸ਼ਾਰਟ ਕੀਜ਼ ਦੱਸੀਆਂ ਸੀ ਕਿ ਮੈਂ ਕਿਹਾ ਯਾਦ ਕਰ ਲਓ ਉਹਨਾਂ ਨੂੰ ਕਿ MS ਐਕਸਲ ਨੂੰ ਕਲੋਜ਼ ਕਰਨ ਦੀ ਕੀ ਆ। ਉਹਦਾ ਆਨਸਰ ਹੈ Alt plus F4। Next question, which of the following MS Excel function is used to count the number of cells based on the condition। ਹੁਣ क्वेश्चन 'ਚ ਪੁੱਛਿਆ ਕਿ ਅਗਰ ਆਪਾਂ ਨੰਬਰ ਆਫ ਸੈਲਸ ਨੂੰ ਕਾਊਂਟ ਕਰਨਾ ਤੇ ਅਸੀਂ ਕਿਹੜਾ ਫੰਕਸ਼ਨ ਯੂਜ਼ ਕਰਦੇ ਹਾਂ। ਅਗਰ ਆਪਾਂ ਨੋਰਮਲੀ ਕਾਊਂਟ ਕਰਨਾ ਵਾ, ਜਿਹਦਾ ਐਗਜ਼ਾਮਪਲ ਕੀ, ਅਗਰ ਮੈਂ ਇਹਨਾਂ ਨੂੰ ਕਾਊਂਟ ਕਰਨਾ ਵਾ, ਸਪੋਜ਼ ਕਰੋ ਮੈਂ ਇੱਥੋਂ ਲੈ ਕੇ ਤੱਕ ਨੂੰ ਕਾਊਂਟ ਕਰਨਾ ਇੰਨੇ ਸੈਲਸ ਨੂੰ ਕਿ ਕਿੰਨੇ ਸੈਲਸ ਆ, ਮੈਂ ਮੈਨੂਅਲੀ ਕਾਊਂਟ ਨਹੀਂ ਕਰੂੰਗਾ, ਆਪਾਂ ਸਿੱਧੇ ਹੀ ਇਹਦੇ ਅੰਦਰ ਕਾਊਂਟ ਫੰਕਸ਼ਨ ਨੂੰ ਯੂਜ਼ ਕਰਾਂਗੇ। ਕਾਊਂਟ ਕਰਨ ਤੋਂ ਬਾਅਦ ਆਪਾਂ ਸਿੱਧੇ ਰੇਂਜ ਨੂੰ ਸਪੈਸੀਫਾਈ ਕਰ ਦਾਂਗੇ, ਇਹ ਰੇਂਜ ਤੱਕ ਅਸੀਂ ਕਾਊਂਟ ਕਰਨਾ ਚਾਹੁੰਦੇ ਹਾਂ ਤੇ ਆਨਸਰ ਆ ਜਾਏਗਾ ਕਿ ਆਨਸਰ ਆ ਗਿਆ ਕਿ ਕਿੰਨੇ ਸੈਲਸ ਨੇ, ਨੰਬਰ ਆਫ ਸਾਨੂੰ ਕਾਊਂਟ ਮਿਲ ਜਾਏਗਾ। ਪਰ ਮੈਂ ਜਿਹੜਾ ਨੋਰਮਲ ਕਾਊਂਟ ਫੰਕਸ਼ਨ ਆ ਇਹ ਸਾਰਿਆਂ ਨੂੰ ਕਾਊਂਟ ਕਰਦਾ ਵਾ। ਕੁਐਸਚਨ 'ਚ ਪੁੱਛਿਆ ਗਿਆ ਬੇਸਡ ਔਨ ਸਮ ਕੰਡੀਸ਼ਨ, ਉਹਲੇ ਸਾਨੂੰ ਲਿਖਣਾ ਪੈਣਾ ਕਾਊਂਟ ਇਫ। ਕਾਊਂਟ ਇਫ ਆਪਾਂ ਕਿਤੇ ਵੀ ਯੂਜ਼ ਕਰ, ਜਿਹੜਾ ਇਫ ਫੰਕਸ਼ਨ ਆ ਆਪਾਂ ਸਮ ਇਫ ਹੀ ਲਗਾ ਸਕਦੇ ਹਾਂ, ਐਵਰੇਜ ਇਫ ਹੀ ਲਗਾ, ਜਿੰਨੇ ਵੀ ਫੰਕਸ਼ਨ ਸਾਰਿਆਂ ਨਾਲ ਆਪਾਂ ਇਫ ਲਗਾ ਸਕਦੇ ਹਾਂ। ਤੇ ਉਸ ਤੋਂ ਬਾਅਦ ਸਾਨੂੰ ਕੀ ਦੇਣੀ ਪੈਣੀ ਆ, ਕੰਡੀਸ਼ਨ ਦੇਣੀ ਪੈਣੀ। ਕੰਡੀਸ਼ਨ ਦੇ ਲਈ ਤੁਹਾਨੂੰ ਕੋਮਾ ਲਗਾਉਣਾ ਪੈਣਾ ਤੇ ਡਬਲ ਕੋਡ ਦੇ ਅੰਦਰ ਤੁਹਾਨੂੰ ਕੰਡੀਸ਼ਨ ਲਿਖਣੀ ਪੈਣੀ। ਮੇਰੀ ਕੰਡੀਸ਼ਨ ਆ ਕਿ ਉਹੀ ਕਾਊਂਟ ਕਰਨੇ ਜਿਹਦਾ ਮਾਰਕ 70 ਤੋਂ ਗ੍ਰੇਟਰ ਦੈਨ ਆ। ਅਗਰ ਮੈਂ ਐਂਟਰ ਪ੍ਰੈਸ ਕਰੂੰਗਾ ਇਹਦਾ ਆਨਸਰ ਆ ਗਿਆ 2, ਕਿਉਂਕਿ ਸਿਰਫ 2 ਹੀ ਇੱਦਾਂ ਦੇ ਸਟੂਡੈਂਟ ਸੀਗੇ ਜਿਨ੍ਹਾਂ ਦੇ ਮਾਰਕ 70 ਤੋਂ ਜ਼ਿਆਦਾ ਸੀਗੇ। ਤੇ ਇਸ ਕੁਐਸਚਨ ਜਿਹੜਾ ਕੁਐਸਚਨ ਸੀਗਾ ਪੁੱਛਿਆ ਗਿਆ ਸੀ ਕਾਊਂਟ ਕਰਨੇ ਆ, ਨੰਬਰ ਆਫ ਸੈਲਸ ਨੂੰ ਕਾਊਂਟ ਕਰਨਾ ਵਾ, ਪਰ ਬੇਸਡ ਔਨ ਸਮ ਕੰਡੀਸ਼ਨ ਦੇ ਬੇਸ ਤੇ ਕਾਊਂਟ ਕਰਨਾ, ਤੇ ਆਪਾਂ ਯੂਜ਼ ਕਰਾਂਗੇ ਕਾਊਂਟ ਇਫ ਯੂਜ਼ ਕਰਾਂਗੇ। ਅਗਲਾ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਕੰਬੀਨੇਸ਼ਨ ਆਫ ਵਰਕਸ਼ੀਟਸ ਇਨ MS ਐਕਸਲ। ਅਗਰ ਕਿੰਨੀ ਸਾਰੀ ਵਰਕਸ਼ੀਟਸ ਦੇ ਕੰਬੀਨੇਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਤੇ ਉਹਨੂੰ ਅਸੀਂ ਬੋਲਦੇ ਆ ਵਰਕ ਬੁੱਕ। ਇਹਦਾ ਮਤਲਬ ਕੀ ਆ ਕਿ ਅਗਰ ਸਾਡੇ ਤੋਂ ਕਿੰਨੀਆਂ ਸਾਰੀਆਂ ਐਕਸਲ ਸ਼ੀਟ ਆ, ਜਾਂ ਸ਼ੀਟ 1 ਆ, ਸ਼ੀਟ 2 ਆ, ਸ਼ੀਟ 3 ਆ, ਸ਼ੀਟ 4 ਆ, ਸ਼ੀਟ 5 ਆ, ਇਹ ਸਾਰੀਆਂ ਦੀ ਕੰਬੀਨੇਸ਼ਨ ਨੂੰ ਆਪਾਂ ਕੀ ਬੋਲਦੇ ਆ, ਵਰਕ ਬੁੱਕ ਬੋਲਦੇ ਆ। ਨੈਕਸਟ, ਡੈਸ਼ ਇਜ਼ ਅ ਬੈਸਟ ਅਲਟਰਨੇਟਿਵ ਟੂ MS ਐਕਸਲਸ ਆਫਰਡ ਬਾਈ ਗੂਗਲ ਜਿਹੜਾ MS ਐਕਸਲ ਆ ਇਹਦਾ ਬੈਸਟ ਅਲਟਰਨੇਟਿਵ ਕੀ ਆ, ਗੂਗਲ ਸ਼ੀਟ। ਇਹ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਿਆਦਾ ਫੇਮਸ ਆ ਕਿਉਂਕਿ ਮੇਨਲੀ ਜਿਹੜਾ ਇਹ ਗੂਗਲ ਸ਼ੀਟ ਆ ਇਹ ਔਨਲਾਈਨ ਆ। ਇਹਨੂੰ ਅਸੀਂ ਅਗਰ ਮੈਂ ਕੁਝ ਵੀ ਐਡੀਟਿੰਗ ਕਰਾਂਗਾ ਆਪਣੇ ਲੈਪਟਾਪ ਤੋਂ ਤੇ ਉਸ ਤੋਂ ਬਾਅਦ ਜਾ ਕੇ ਅਗਰ ਮੈਂ ਇਹਨੂੰ ਕਿਸੇ ਹੋਰ ਲੈਪਟਾਪ ਤੋਂ ਓਪਨ ਕਰਾਂਗਾ ਤੇ ਮੈਨੂੰ ਸੇਮ ਉਹੀ ਸ਼ੀਟ ਮਿਲ ਜਾਊ, ਕਿਉਂਕਿ ਇਹ ਜਿਹੜੀ ਚੀਜ਼ ਆ ਔਨਲਾਈਨ ਆ ਗੂਗਲ ਸ਼ੀਟ, ਤੇ ਅੱਜ ਦੇ ਜ਼ਮਾਨੇ 'ਚ ਬੜੀ ਜ਼ਿਆਦਾ ਫੇਮਸ ਹੋ ਰਹੀ ਆ ਤੇ MS ਐਕਸਲ ਦਾ ਬੈਸਟ ਅਲਟਰਨੇਟਿਵ ਆ। Next, Microsoft Excel was first time launched in dash by। ਇਹ ਤਾਂ ਸਿੰਪਲ ਜਿਹਾ ਤੁਹਾਨੂੰ ਯਾਦ ਹੀ ਕਰਨਾ ਪੈਣਾ ਕਿ ਐਕਸਲ ਆ ਕਿਦੋਂ ਬਣੀ ਸੀਗੀ, 1985 ਦੇ ਅੰਦਰ। ਅਗਲਾ ਕੁਐਸਚਨ, ਇਹ ਕੁਐਸਚਨ ਇੰਪੋਰਟੈਂਟ ਆ। ਮਾਈਕਰੋਸੌਫਟ ਐਕਸਲ ਦੇ ਅੰਦਰ ਰੋ ਲਿਮਿਟ ਕਿੰਨੀ ਆ, ਇੱਕ ਟਾਈਮ ਤੇ ਕਿੰਨੀਆਂ ਰੋਜ਼ ਆ ਸਕਦੀਆਂ ਵਾ, ਇਹਨੂੰ ਯਾਦ ਕਰ ਲਓ ਕਿ ਇੱਕ ਟਾਈਮ ਤੇ ਕਿੰਨੀਆਂ ਰੋਜ਼ ਆ ਸਕਦੀਆਂ, 10,48,576। ਤੇ ਨਾਲ ਦੇ ਨਾਲ ਤੁਸੀਂ ਇਹ ਵੀ ਯਾਦ ਕਰ ਲਓ ਐਕਸਲ ਦੇ ਅੰਦਰ ਕੋਲਮਸ ਕਿੰਨੀਆਂ ਮੈਕਸਿਮਮ ਤੁਸੀਂ ਆ ਸਕਦੀਆਂ ਹੈਗੀਆਂ, 16,384 ਕੋਲਮਸ ਮੈਕਸਿਮਮ ਆ ਸਕਦੀਆਂ ਵਾ। ਹੁਣ ਅਗਲਾ ਕੁਐਸਚਨ ਕੀ ਆ, ਇਹਨੂੰ ਸਾਰੇ ਜਾਣੇ ਮੇਰੇ ਨਾਲ ਧਿਆਨ ਨਾਲ ਪੜ੍ਹ ਲਓ, ਤੁਸੀਂ ਕੁਐਸਚਨ ਪੜ੍ਹਿਆ ਕਰੋ ਤਾਂ ਹੀ ਤੁਹਾਨੂੰ ਆਨਸਰ ਯਾਦ ਰਹਿਣਗੇ। ਵਿਚ ਫੀਚਰ ਇਜ਼ ਸਪੈਸ਼ਲੀ ਯੂਜ਼ਫੁਲ ਇਫ ਯੂਰ ਸਪਰੈਡਸ਼ੀਟ ਹੈਜ਼ ਹੈਡਰ ਰੋ and you want to be visible even if you scroll vertically horizontally through it। ਕਹਿੰਦੇ ਅਗਰ ਤੁਸੀਂ ਮੰਨ ਲਓ ਕਿਸੇ ਐਕਸਲ ਸ਼ੀਟ ਦੇ ਅੰਦਰ ਸਕਰੋਲ ਕਰ ਰਹੇ ਹੋ horizontally ਜਾਂ vertically, ਪਰ ਤੁਹਾਨੂੰ ਜਿਹੜੇ ਹੈਡਰ ਰੋ ਉਹ ਤੁਹਾਨੂੰ ਦਿਖਦੀ ਰਹੇ, ਤੁਹਾਨੂੰ ਕੀ ਕਰਨਾ ਪਏਗਾ। ਹੁਣ ਨੋਰਮਲੀ ਕੀ ਆ, ਜਦੋਂ ਆਪਾਂ ਕਿਸੇ ਐਕਸਲ ਸ਼ੀਟ ਦੇ ਅੰਦਰ ਸਕਰੋਲ ਕਰਦੇ ਆ, ਜਿਹੜੀ ਉੱਪਰ ਵਾਲੀ ਟੌਪ ਜਿਹੜੀ ਰੋ ਆ ਹੈਡਰ ਰੋ ਆ, ਜਿਹ 'ਚ ਆਪਾਂ ਹੈਡਰਸ ਲਗਾਏ ਆ, ਨਾਮ ਦਿੱਤਾ ਕਿ ਇਹਦਾ ਨਾਮ ਕੀ ਆ, ਫਿਜ਼ਿਕਸ ਦੇ ਮਾਰਕਸ ਆ, ਆਪਾਂ ਨੀਚੇ ਜਾਵਾਂਗੇ ਤੇ ਉਹ ਸਾਨੂੰ ਦਿਖਣੇ ਬੰਦ ਹੋ ਜਾਂਦੇ, ਵਿਜ਼ੀਬਲ ਨਹੀਂ ਰਹਿੰਦੇ। ਅਗਰ ਚਾਹੁੰਦੇ ਕਿ ਸਕਰੋਲ ਕਰੀਏ ਫਿਰ ਵੀ ਵਿਜ਼ੀਬਲ ਰਹੇ, ਸਾਨੂੰ ਕਰਨਾ ਕੀ ਪੈਣਾ, ਉਹਨੂੰ ਸਿਲੈਕਟ ਕਰਕੇ ਉਸ ਰੋ ਨੂੰ ਸਿਲੈਕਟ ਕੀਤਾ। ਰੋ ਨੂੰ ਕਿੱਦਾਂ ਸਿਲੈਕਟ ਕਰਾਂਗੇ, ਜਸਟ ਸਾਈਡ 'ਤੇ ਜਾ ਕੇ ਕਲਿੱਕ ਕਰ ਦਿਓ ਰੋ ਨੰਬਰ 'ਤੇ, ਸਾਰੀ ਰੋ ਸਿਲੈਕਟ ਹੋ ਜੂਗੀ। ਅਤੇ ਉਸ ਤੋਂ ਬਾਅਦ ਜਾ ਕੇ ਵਿਊ 'ਤੇ ਜਾ ਕੇ ਆਪਣੇ ਕੋਲ ਆਪਸ਼ਨ ਆ ਫਰੀਜ਼ ਪੈਨ ਦੀ। ਅਗਰ ਮੈਂ ਫਰੀਜ਼ ਪੈਨ ਕਰਾਂਗਾ ਤੇ ਫਿਰ ਕੀ ਹੋਊਗਾ, ਇਹ 'ਚ ਕਿੰਨੀ ਸਾਰੀ ਆਪਸ਼ਨ ਆਵਾ ਕਿ ਅਸੀਂ ਕੋਲਮ ਨੂੰ ਫਰੀਜ਼ ਕਰਨਾ, ਰੋ ਨੂੰ ਕਰਨਾ, ਰੋ ਕੋਲਮ ਦੋਨੋਂ ਨੂੰ ਕਰਨਾ। ਮੈਂ ਲਿਖ ਦਿੰਦਾ ਸਿਰਫ ਮੈਂ ਸਿਲੈਕਟ ਕਰਦਾ ਕਿ ਸਿਰਫ ਟੌਪ ਰੋ ਨੂੰ ਫਰੀਜ਼ ਕਰਨਾ, ਅਤੇ ਉਹਦੇ ਨਾਲ ਕੀ ਹੋਊਗਾ, ਜਦੋਂ ਮੈਂ ਅਗਰ ਨੀਚੇ ਸਕਰੋਲ ਕਰੂੰਗਾ ਤੇ ਜਿਹੜਾ ਟੌਪ ਹੈਡਰ ਆ ਉਹ ਫਰੀਜ਼ ਹੋ ਜਾਊਗਾ। ਅਤੇ ਇਸ ਕੁਐਸਚਨ ਜਿਹੜਾ ਆਪਾਂ ਡਿਸਕਸ ਕਰ ਰਹੇ ਸੀਗੇ
ਜਿਹੜਾ ਕੁਐਸਚਨ ਡਿਸਕਸ ਕਰ ਰਹੇ ਸੀ ਇਹਦਾ ਆਨਸਰ ਕੀ ਆ, ਡੈਟ ਇਜ਼ ਫਰੀਜ਼ ਪੈਨ। ਅਗਲਾ ਕੁਐਸਚਨ ਆ ਵਿਚ ਉਹਦਾ ਫੋਲੋਇੰਗ ਇਜ਼ ਨੋਟ ਦਾ ਕਰੈਕਟ ਮੈਥਡ ਟੂ ਐਡਿਟਿੰਗ ਦਾ ਸੈੱਲ ਕੰਟੈਂਟ ਇਨ MS Excel। ਅਗਰ ਆਪਾਂ MS Excel ਦਾ ਕੰਟੈਂਟ ਐਡਿਟ ਕਰਨਾ ਚਾਹੁੰਦੇ ਹਾਂ ਤਾਂ ਕਰੈਕਟ ਮੈਥਡ ਕਿਹੜਾ ਨਹੀਂ ਆ, ਇਹਦਾ ਆਨਸਰ ਹੈ ਪ੍ਰੈਸ ਦਾ ਆਲਟ ਕੀ। MS Excel 'ਚ ਅਗਰ ਆਪਾਂ ਸੈੱਲ ਦਾ ਕੰਟੈਂਟ ਐਡਿਟ ਕਰਨਾ ਚਾਹੁੰਦੇ ਹਾਂ ਆਪਾਂ F2 ਕੀ ਦੇ ਨਾਲ ਜਾਂ ਫਾਰਮੂਲਾ ਬਾਰ ਤੇ ਸਿਲੈਕਟ ਕਰ ਲਓ ਜਾਂ ਕਿਸੇ ਵੀ ਸੈੱਲ ਤੇ ਡਬਲ ਕਲਿੱਕ ਕਰ ਲਓ। ਜਿੱਦਾਂ ਕਿ ਅਗਰ ਆਪਾਂ ਕਿਸੇ ਵੀ ਅਗਰ ਇਸ ਸੈੱਲ ਦਾ ਮੈਂ ਕੰਟੈਂਟ ਐਡਿਟ ਕਰਨਾ ਚਾਹਨਾ ਜਸਟ ਡਬਲ ਕਲਿੱਕ ਕਰ ਲਓ ਤੇ ਤੁਸੀਂ ਉਹਨੂੰ ਬਾਅਦ ਚੋਂ ਕੀ ਕਰ ਸਕਦੇ ਆ, ਐਡਿਟ ਕਰ ਸਕਦੇ ਹੋ। ਬਟ ਆਲਟ ਕੀ ਦੇ ਨਾਲ ਆਪਾਂ ਉਹਨੂੰ ਐਡਿਟ ਨਹੀਂ ਕਰ ਸਕਦੇ। ਅਗਲਾ ਕੁਐਸਚਨ ਵਿਚ ਫੰਕਸ਼ਨ ਇਜ਼ MS Excel tells how many numeric entries are there। ਮੈਂ ਹੁਣੇ ਤੁਹਾਨੂੰ ਸਮਝਾਇਆ ਸੀ ਅਗਰ ਆਪਾਂ ਕਾਊਂਟ ਕਰਨਾ ਵਾ ਤੇ ਉਹਦੇ ਲਈ ਸਾਨੂੰ ਕਿੰਨੀਆਂ numeric entries ਆ ਤੇ ਉਹਦੇ ਲਈ ਸਾਨੂੰ ਯੂਜ਼ ਕਰਨਾ ਪੈਣਾ ਵਾ ਕਾਊਂਟ ਫੰਕਸ਼ਨ। ਕਾਊਂਟ ਇਫ ਵੀ ਤੁਹਾਨੂੰ ਮੈਂ ਕਰਵਾਇਆ ਸੀਗਾ। ਅਗਲਾ ਕੁਐਸਚਨ ਗੋਲ ਸੀਕ ਇਜ਼ ਅ ਫੀਚਰ ਆਫ ਵਿਚ ਆਫ ਦਾ ਫੋਲੋਇੰਗ। ਗੋਲ ਸੀਕ ਮੇਨਲੀ ਐਕਸਲ ਦਾ ਫੀਚਰ ਆ। ਅਗਲਾ ਕੁਐਸਚਨ ਇਨ MS Excel which one denoted a range from cell B1 to E5। ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਰੇਂਜ ਤਿੰਨ ਤਰ੍ਹਾਂ ਦੀ ਹੁੰਦੀ ਆ। ਇੱਕ ਕੀ ਆ ਆਪਣੇ ਕੋ ਕਾਲਮ ਰੇਂਜ ਸੀਗੀ, ਰੋ ਰੇਂਜ ਸੀਗੀ ਤੇ ਥਰਡ ਇਜ਼ ਟੇਬਲ ਰੇਂਜ। ਹੁਣ ਜਿਹੜੀ ਇਹਦੇ ਅੰਦਰ ਆ ਜਿਹੜੀ ਸਪੈਸੀਫਾਈ ਕੀਤੀ ਗਈ ਆ ਉਹ ਕੀਤੀ ਗਈ ਆ ਆਪਣੇ ਕੋਲ B1 ਤੋਂ ਲੈ ਕੇ E5 ਤੱਕ। ਸਾਨੂੰ ਮੈਂ ਪਹਿਲਾਂ ਸਮਝਾਇਆ ਸੀਗਾ ਕੋਲਨ ਦੇ ਨਾਲ ਹੀ ਇਹ ਕੁਐਸਚਨ ਤੇ ਹੈ ਹੀ ਈਜ਼ੀ ਆ, ਇਹ ਜ਼ਿਆਦਾ ਕੰਪਲੈਕਸ ਸਾਨੂੰ ਕਰ ਹੀ ਇਹ ਸਿਰਫ ਰੇਂਜ ਬਾਰੇ ਪੁੱਛ ਰਹੀ ਆ। ਰੇਂਜ ਅਸੀਂ ਕੋਲਨ ਨਾਲ ਹੀ ਸਪੈਸੀਫਾਈ ਕਰ ਸਕਦੇ ਹਾਂ। ਵੈਸੇ ਤੁਹਾਨੂੰ ਮੈਂ ਸਮਝਾਇਆ ਸੀਗਾ ਕਿ ਇਹ ਟੇਬਲ ਰੇਂਜ ਆ। ਪਿਛਲੇ ਤੁਸੀਂ ਵੀਡੀਓ ਦੇ ਪਿਛਲੇ ਪਾਰਟ ਨੂੰ ਧਿਆਨ ਨਾਲ ਦੇਖੋ। ਨੈਕਸਟ ਕੁਐਸਚਨ ਵਟ ਵਿਲ ਦਾ ਫੰਕਸ਼ਨ ਰਾਉਂਡ ਰਿਟਰਨ ਇਨ MS Excel। ਹੁਣ ਰਾਉਂਡ ਫੰਕਸ਼ਨ ਕੀ ਕਰਦਾ, ਰਾਉਂਡ ਫੰਕਸ਼ਨ ਜਿਹੜਾ ਸੀਗਾ ਉਹ ਵੈਲਿਊ ਨੂੰ ਰਾਉਂਡ ਕਰਦਾ ਵਾ। ਇਹਦਾ ਮਤਲਬ ਆ ਆਪਾਂ ਕਿੰਨੇ ਡੈਸੀਮਲ ਪਲੇਸਿਸ ਤੱਕ ਰਾਉਂਡ ਕਰਨਾ ਵਾ, ਇਹਦਾ ਮਤਲਬ 1 ਡੈਸੀਮਲ ਪਲੇਸ ਤੱਕ ਰਾਉਂਡ ਕਰਨਾ ਵਾ। ਅਗਰ ਫਿਰ ਇਹਦੇ ਨਾਲ ਹੀ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ C ਆਪਸ਼ਨ ਆ ਤੇ D ਆਪਸ਼ਨ ਗਲਤ ਆ ਕਿਉਂਕਿ ਅਸੀਂ ਯੂਜ਼ ਕੀਤਾ ਕਿ 1 ਡੈਸੀਮਲ ਪਲੇਸ ਤੱਕ ਰਾਉਂਡ ਕਰਨਾ। ਤੇ ਜਦੋਂ ਅਸੀਂ ਰਾਉਂਡ ਆਫ ਕਰਦੇ ਆ ਇਸ ਵੈਲਿਊ ਨੂੰ ਰਾਉਂਡ ਆਫ ਕਰਾਂਗੇ ਅਪ ਟੂ 1 ਡੈਸੀਮਲ। ਅਗਰ ਸਾਡੀ ਜਿਹੜੀ ਵੈਲਿਊ ਆ ਜਿਹਨੂੰ ਅਸੀਂ ਰਾਉਂਡ ਆਫ ਕਰਨ ਲੱਗੇ ਆ ਅਗਰ ਉਹ 5 ਜਾਂ 500 ਜ਼ਿਆਦਾ ਹੋਗੀ ਤੇ ਪ੍ਰੀਵੀਅਸ ਵੈਲਿਊ 'ਚ ਇੱਕ ਐਡ ਹੋ ਜਾਂਦਾ ਵਾ ਤੇ ਜਿਹਦੇ ਨਾਲ ਰਾਉਂਡ ਆਫ ਕਰਨ ਲੱਗੇ ਇਹਨੂੰ ਸਕਿਪ ਕਰਨ ਲੱਗੇ ਇਹ 'ਚ ਇੱਕ ਪਲੱਸ ਹੋ ਕੇ ਇਹਨੇ 5 ਬਣ ਜਾਣਾ। ਨੈਕਸਟ ਕੁਐਸਚਨ ਹਾਊ ਡੂ ਯੂ ਡਿਸਪਲੇ ਕਰੰਟ ਡੇਟ। ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਸੀ ਕਿ ਅਗਰ ਆਪਾਂ ਕਰੰਟ ਡੇਟ ਦੇਖਣੀ ਆ ਜਾਂ ਕਰੰਟ ਟਾਈਮ ਦੇਖਣਾ ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ ਨਾਓ ਫੰਕਸ਼ਨ ਨੂੰ। ਪਰ ਇਹਦੇ ਕੁਐਸਚਨ ਦੇ ਅੰਦਰ ਸਿਰਫ ਲਿਖਿਆ ਓਨਲੀ ਆਪਾਂ ਨੂੰ ਸਿਰਫ ਕਰੰਟ ਡੇਟ ਹੀ ਦੇਖਣੀ ਆ। ਨਾਓ ਫੰਕਸ਼ਨ ਆ ਡੇਟ ਵੀ ਤੇ ਕਰੰਟ ਟਾਈਮ ਵੀ ਮਿਲਦਾ ਵਾ। ਫਿਰ ਉਹ ਲਈ ਅਸੀਂ ਯੂਜ਼ ਕਰਾਂਗੇ ਆਪਾਂ ਟੂਡੇ ਫੰਕਸ਼ਨ। ਨੈਕਸਟ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਐਬਸੋਲੂਟ ਸੈਲ ਰੈਫਰੈਂਸ। ਤੁਹਾਨੂੰ ਮੈਂ ਹੁਣ 2 ਵਾਰੀ ਕਰਾ ਚੁੱਕਾ, ਤੀਸਰਾ ਕੁਐਸਚਨ ਆ ਗਿਆ ਐਬਸੋਲੂਟ ਰੈਫਰੈਂਸ ਤੇ। ਐਬਸੋਲੂਟ ਰੈਫਰੈਂਸ ਦੇ ਅੰਦਰ ਅਸੀਂ ਯੂਜ਼ ਕਰਦੇ ਹਾਂ ਡੋਲਰ ਸਾਈਨ ਨੂੰ। ਆਪਾਂ ਪਹਿਲਾਂ ਰੋ ਨੰਬਰ ਦੇ ਅੱਗੇ ਵੀ ਲਿਖਦੇ ਹਾਂ ਤੇ ਉਸ ਤੋਂ ਬਾਅਦ ਕਾਲਮ ਨੰਬਰ ਅੱਗੇ ਵੀ ਲਿਖਦੇ ਹਾਂ। ਤੇ ਨਾਰਮਲ ਜਿਹੜਾ ਆਪਾਂ ਜਿਹੜੀ ਰਿਲੇਟਿਵ ਆ ਉਹ 'ਚ ਆਪਾਂ ਨਹੀਂ ਯੂਜ਼ ਕਰਦੇ। ਥਰਡ ਵਨ ਵੀ ਹੁੰਦੀ ਆ ਜਿਹਨੂੰ ਅਸੀਂ ਮਿਕਸਡ ਕਹਿੰਦੇ ਆ, ਉਹ 'ਚ ਅਸੀਂ ਰੋ ਨੰਬਰ ਜਾਂ ਕਾਲਮ ਨੰਬਰ ਦੇ ਅੱਗੇ ਐਬਸੋਲੂਟ ਰੈਫਰੈਂਸ ਯੂਜ਼ ਕਰਦੇ ਹਾਂ ਤੇ ਦੂਸਰੀ ਜਗ੍ਹਾ ਆਪਾਂ ਨਾਰਮਲ ਯੂਜ਼ ਕਰਦੇ ਵਿਦਆਊਟ ਡਾਲਰ ਸਾਈਨ, ਇਹਨੂੰ ਅਸੀਂ ਮਿਕਸਡ ਰੈਫਰੈਂਸ ਕਹਿੰਦੇ ਆ। ਨੈਕਸਟ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਫੀਚਰ ਆਫ MS Excel ਡਿਸਪਲੇ ਦਾ ਡਾਟਾ ਇਨ ਕਾਲਮ ਅਕੋਰਡਿੰਗ ਟੂ ਕ੍ਰਾਈਟੇਰੀਆ। ਕਿ ਡਾਟਾ ਤੇ ਆਪਣੇ ਕੋਲ ਸਾਰਾ ਬਣਿਆ ਪਿਆ ਪਰ ਕਿਸੇ ਕ੍ਰਾਈਟੇਰੀਆ ਕਿਸੇ ਕੰਡੀਸ਼ਨ ਦੇ ਬੇਸ ਸਾਨੂੰ ਸ਼ੋ ਹੋਏ ਤੇ ਇਹਦਾ ਆਨਸਰ ਕੀ ਆਪਾਂ ਕਿੱਦਾਂ ਕਰ ਸਕਦੇ ਹਾਂ, ਫਿਲਟਰ ਲਗਾ ਕੇ। ਉਹਨੇ ਮੈਂ ਤੁਹਾਨੂੰ ਇੱਕ ਅੱਧਾ ਫਿਲਟਰ ਲਗਾ ਕੇ ਦਿਖਾਣਾ ਵਾ। ਹੁਣ ਅਸੀਂ ਫਿਲਟਰ ਲਗਾਉਣਾ ਕਿੱਦਾਂ ਵਾ, ਸਭ ਤੋਂ ਪਹਿਲਾਂ ਜਿੱਥੇ ਆਪਾਂ ਫਿਲਟਰ ਲਗਾਉਣਾ ਉਸ ਰੇਂਜ ਨੂੰ ਸਿਲੈਕਟ ਕਰ ਲਓ। ਜਿੱਦਾਂ ਕਿ ਮੈਂ ਸਾਰੀ ਐਕਸਲ ਸ਼ੀਟ ਨੂੰ ਸਿਲੈਕਟ ਕਰ ਲਗਾ, ਸਾਰੀ ਐਕਸਲ ਸ਼ੀਟ ਨੂੰ ਸਿਲੈਕਟ ਦਾ ਕਰਨਾ ਜਾਂ ਉੱਪਰ ਜਾ ਕੇ ਟੌਪ ਤੇ ਕੋਰਨਰ ਤੇ ਸਿਲੈਕਟ ਕਰ ਲਓ। ਹੁਣ ਅਗਰ ਆਪਾਂ ਫਿਲਟਰ ਲਗਾਉਣਾ ਹੋਮ ਤੇ ਜਾਓ, ਆ ਸਾਈਡ ਤੇ ਉੱਪਰ ਦਿੱਤਾ ਸੋਰਟ ਐਂਡ ਫਿਲਟਰ ਤੇ ਫਿਲਟਰ ਤੇ ਜਾਓ, ਆ ਫਿਲਟਰ ਲਗਾ ਲਓ। ਹੁਣ ਆ ਸਾਰਿਆਂ ਤੁਸੀਂ ਅਗਰ ਨੋਟ ਕਰੋਗੇ ਇਹਦਾ ਪੁਸ਼ ਡਾਊਨ ਬਟਨ ਆ ਜਾਊਗੇ। ਹੁਣ ਇੱਥੇ ਮੈਂ ਲਗਾ ਲੈਣਾ ਕਿ ਯਾਰ ਫਿਲਟਰ ਕੀ ਲਗਾਉਣਾ ਚਾਹੁੰਦਾ। ਮੈਂ ਕਰ ਲਿਆ ਕਿ ਯਾਰ ਮੈਂ ਇਹ 'ਚ ਫਿਲਟਰ ਲਗਾ ਲਿਆ ਲਾਰਜੈਸਟ ਟੂ ਸਮੋਲੈਸਟ ਮੈਨੂੰ ਡਾਟਾ ਸ਼ੋ ਕਰੇ ਤੇ ਆਪਣੇ ਆਪ ਇਹ 'ਚ ਫਿਲਟਰ ਲੱਗ ਗਿਆ।
ਤੁਸੀਂ ਜਿਹੜਾ ਵੀ ਕਰਨਾ ਚਾਹੁੰਦੇ ਤਾਂ ਇਹਦੇ 'ਚ ਮੈਂ ਲਗਾਉਣਾ ਚਾਹੁੰਦਾ ਕਿ ਫਿਲਟਰ ਮੈਨੂੰ A to Z ਸ਼ੋ ਕਰੇ ਤੇ A to Z ਸ਼ੋ ਹੋ ਗਿਆ। ਇਦਾਂ ਹੀ ਆਪਾਂ ਇਹਦੇ ਅੰਦਰ ਕਿੰਨੇ ਸਾਰੇ ਸਾਡੇ ਕੋਲ ਫਿਲਟਰ ਬਾय ਕਲਰ ਕਿ ਪਹਿਲਾਂ ਮੈਨੂੰ ਉਹ ਸ਼ੋ ਹੋ ਜਾਣ ਜਿਹੜੇ ਕਿ ਸਿਰਫ ਉਹੀ ਸ਼ੋ ਹੋ ਜਾਣ ਜਿਹੜੇ ਕੀ ਆ ਰੈੱਡ ਕਲਰ ਦੇ ਆ। ਆਪਾਂ ਇਹ 'ਚ ਅਲੱਗ-ਅਲੱਗ ਤਰ੍ਹਾਂ ਦੇ ਫਿਲਟਰ ਲਗਾ ਸਕਦੇ ਹਾਂ। ਨੈਕਸਟ ਕੁਐਸਚਨ ਵਿਚ ਆਫ ਦ ਫੋਲੋਇੰਗ ਫੰਕਸ਼ਨਸ MS Excel ਹੈਵ। MS Excel ਦੇ ਕਿਹੜੇ ਇਹਨਾਂ 'ਚ ਫੰਕਸ਼ਨ ਆ? ਸਮ ਤੇ ਆਪਾਂ ਕਰਵਾਤਾ ਸੀਗਾ ਤੁਹਾਨੂੰ ਮੈਂ। ਦੂਸਰਾ ਕਨਕੈਟੀਨੇਟ ਫੰਕਸ਼ਨ ਅਸੀਂ ਯੂਜ਼ ਕਰਦੇ ਹਾਂ ਅਗਰ ਆਪਾਂ ਦੋ ਸੈਲਸ ਦੇ ਡੇਟਾ ਨੂੰ ਆਪਸ 'ਚ ਕੰਬਾਈਨ ਕਰਨਾ ਵਾ। ਸਪੋਜ਼ ਕਰੋ ਕਿ ਅਗਰ ਮੈਂ ਨੈਕਸਟ ਕੁਐਸਚਨ ਵਿਚ ਆਫ ਦ ਫੋਲੋਇੰਗ ਫੰਕਸ਼ਨ MS Excel ਹੈਵ। ਆ ਦੋ ਫੰਕਸ਼ਨ ਹੈ, ਇੱਕ ਸਮ ਤੇ ਕਨਕੈਟੀਨੇਟ। ਇਹਨਾਂ 'ਚ ਕਿਹੜਾ ਫੰਕਸ਼ਨ MS Excel ਦੇ ਅੰਦਰ ਹੈ? ਸਮ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕਾ। ਦੂਸਰਾ ਫੰਕਸ਼ਨ ਹੈ ਕਨਕੈਟੀਨੇਟ ਫੰਕਸ਼ਨ ਮੇਨਲੀ ਆਪਾਂ ਦੋ ਸੈਲਸ ਦੀ ਵੈਲਿਊ ਨੂੰ ਅਗਰ ਆਪਸ 'ਚ ਆਪਾਂ ਜੋੜਨਾ ਹੋਵੇ ਤੇ ਆਪਾਂ ਕਨਕੈਟੀਨੇਟ ਫੰਕਸ਼ਨ ਯੂਜ਼ ਕਰਦੇ ਹਾਂ। ਐਗਜ਼ਾਮਪਲ ਮੰਨ ਲਓ ਕਿ ਆਪਣੇ ਕੋਲ ਦੋ ਸੈੱਲ ਆ ਜਿਹਦੇ 'ਚ ਦੋ ਅਲੱਗ-ਅਲੱਗ ਵੈਲਿਊਜ਼ ਆ ਤੇ ਮੈਂ ਦੋਨੋਂ ਸੈਲਸ ਦੀ ਵੈਲਿਊ ਨੂੰ ਆਪਸ 'ਚ ਜੋੜਨਾ ਚਾਹੁੰਦਾ ਤੇ ਇਹਦੇ ਲਈ ਆਪਾਂ ਯੂਜ਼ ਕਰਾਂਗੇ ਫੰਕਸ਼ਨ ਕਨਕੈਟੀਨੇਟ ਮਤਲਬ ਦੋ ਡਿਫਰੈਂਟ ਸੈਲਸ ਦੀ ਵੈਲਿਊ ਨੂੰ ਜੋੜ ਕੇ ਇੱਕ ਬਣਾਉਣਾ। ਤੇ ਸਾਨੂੰ ਇਹਦੇ ਲਈ ਸਿਲੈਕਟ ਕਰਨਾ ਪਏਗਾ ਪਹਿਲਾ ਸੈੱਲ, ਫਿਰ ਉਸ ਤੋਂ ਬਾਅਦ ਲਗਾਉਣਾ ਪਏਗਾ ਕੋਮਾ, ਫਿਰ ਸੈਕਿੰਡ ਸੈੱਲ ਜਿਹਨੂੰ ਅਸੀਂ ਜੋੜਨਾ ਚਾਹੁੰਦੇ ਹਾਂ, ਅਪੈਂਡ ਕਰਨਾ ਚਾਹੁੰਦੇ ਹਾਂ, ਉਸ ਤੋਂ ਬਾਅਦ ਐਂਟਰ। ਤੇ ਦੋਨੋਂ ਸੈਲਸ ਦੀ ਵੈਲਿਊ ਨੂੰ ਜੋੜ ਕੇ ਅਪੈਂਡ ਕਰਕੇ ਕਨਕੈਟੀਨੇਟ ਕਰਕੇ ਇੱਕ ਬਣਾਤਾ। ਤੇ ਇਹਦਾ ਆਨਸਰ ਸੀਗਾ ਬੋਥ A1 ਐਂਡ 2 ਬਿਕੋਜ਼ ਦੋਨੋਂ ਹੀ ਐਕਸਲ ਦੇ ਫੰਕਸ਼ਨ ਆ। ਅਗਲਾ ਟੂ ਐਡ ਟੂ ਸੈਲਸ, ਦੋ ਸੈਲਸ ਨੂੰ ਅਗਰ ਆਪਾਂ ਜੋੜਨਾ ਹੋਏ ਤੇ ਆਪਾਂ MS Excel 'ਚ ਕਿਹੜਾ ਫਾਰਮੂਲਾ ਲਗਾਵਾਂਗੇ? ਮੈਂ ਤਾਂ ਹੁਣੇ ਕਰਾਇਆ ਸੀਗਾ। ਆਪਾਂ ਇਦਾਂ ਵੀ ਕਰ ਸਕਦੇ ਹਾਂ। ਹੋਰ ਤਰੀਕਾ ਕੀ ਸੀਗਾ? ਸਮ ਲਗਾ ਕੇ ਵੀ ਕਰ ਸਕਦੇ ਹਾਂ। ਕਿੱਥੋਂ ਕਰਨਾ ਵਾ? A1 ਤੋਂ ਲੈ ਕੇ ਰੇਂਜ ਸਪੈਸੀਫਾਈ ਕਰ ਦਿਓ। ਤੀਸਰਾ ਤਰੀਕਾ ਸੀਗਾ ਆਟੋ ਸਮ ਦੇ ਨਾਲ। ਤੇ ਇਹਦਾ ਆਨਸਰ ਕੀ ਆ? ਫਸਟ ਆਪਸ਼ਨ। ਹੁਣ ਅਗਲਾ ਕੁਐਸਚਨ ਆ ਗਿਆ ਜੀ, ਜਿਹੜਾ ਫਾਰਮੂਲਾ ਵਾ ਸਮ E4F7 ਹਾਊ ਮੈਨੀ ਸੈਲਸ ਆਰ ਦੇਅਰ ਕਿ ਕਿੰਨੇ ਸੈਲ ਸਿਲੈਕਟ ਹੋਣਗੇ ਅਗਰ ਆਪਾਂ ਰੇਂਜ ਦੇਵਾਂਗੇ। ਕੁਐਸਚਨ ਮੈਂ ਰੇਂਜ ਦੇ ਕੁਐਸਚਨ ਦਾ 5-6 ਆ ਗਏ। ਮੈਂ ਤੁਹਾਨੂੰ ਸਮਝਾਇਆ ਵੀ ਹੈ, ਬਹੁਤ ਇੰਪੋਰਟੈਂਟ ਟੌਪਿਕ ਆ। ਪਹਿਲੀ ਗੱਲ ਤੁਸੀਂ ਆ ਸਮਝਣੀ ਆ ਕੁਐਸਚਨ ਦੇ ਅੰਦਰ ਜਿਹੜੀ ਰੇਂਜ ਆ ਰੋ ਵਾਈਜ਼ ਆ, ਕੋਲਮ ਵਾਈਜ਼ ਆ, ਟੇਬਲ ਵਾਈਜ਼ ਆ। ਪਹਿਲਾਂ ਰੋਜ਼ ਦੇਖੋ। ਹੁਣ 3 ਤਰ੍ਹਾਂ ਦੀ ਰੇਂਜ ਹੋ ਮੈਂ ਦੁਬਾਰਾ ਫੇਰ ਕਰਾ ਲੱਗਾ ਵਾਂ ਤੀਸਰੀ ਚੌਥੀ ਵਾਰ, ਧਿਆਨ ਨਾਲ ਸਮਝੋ। ਜਿਹੜੀ ਰੇਂਜ ਆ 3 ਤਰ੍ਹਾਂ ਹੋ ਸਕਦੀ ਆ, ਰੋ ਵਾਈਜ਼, ਕੋਲਮ ਵਾਈਜ਼ ਤੇ ਟੇਬਲ ਵਾਈਜ਼। ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ? ਰੋ ਵਾਈਜ਼ ਕਿੱਦਾਂ ਹੋਊਗੀ? ਰੋ ਵਾਈਜ਼ ਉਦੋਂ ਹੋਊਗੀ ਜਦੋਂ ਆਪਾਂ ਅਗਰ ਇੱਦਾਂ ਲਿਖਿਆ ਹੋਵੇ E4 ਤੋਂ ਲੈ ਕੇ F4 ਤੱਕ। ਇਹਦੇ ਅੰਦਰ ਕੀ ਹੈ? ਜਿਹੜਾ ਸੈਕਿੰਡ ਹੁੰਦੀ ਹੈ ਰੋ ਵਾਸਤੇ ਹੁੰਦੀ ਹੈ, ਇਹ 'ਚ ਰੋ ਦੀ ਵੈਲਿਊ ਫਿਕਸਡ ਰਹੇਗੀ। ਕੋਲਮ ਵਾਈਜ਼ 'ਚ ਕੀ ਹੋਊਗਾ? E4 ਤੋਂ ਲੈ ਕੇ E7 ਤੱਕ। ਇਹ 'ਚ ਕੋਲਮ ਨੰਬਰ ਫਸਟ ਜਿਹੜਾ ਹੁੰਦਾ ਕੋਲਮ ਵਾਸਤੇ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਇਹ 'ਚ ਇਹ ਫਿਕਸਡ ਹੋਏਗਾ। ਪਰ ਜਿਹੜਾ ਕੁਐਸਚਨ ਆ ਉਹਦੇ ਅੰਦਰ ਕੋਈ ਵੈਲਿਊ ਫਿਕਸਡ ਨਹੀਂ। ਇਹ 'ਚ ਕੋਲਮ ਵੀ ਆਪਣੀ ਚੇਂਜ ਹੋ ਗਈ, E ਤੋਂ F ਹੋ ਗਈ ਤੇ ਰੋ ਵੀ ਚੇਂਜ ਹੋ ਗਈ। ਤੇ ਜਿਹਦੇ ਨਾਲ ਆ ਕੋਲਮ ਜਿਹੜਾ ਵਾ ਪੂਰਾ ਦਾ ਪੂਰਾ ਇੱਕ ਟੇਬਲ ਵਾਈਜ਼ ਸਿਲੈਕਟ ਹੋ ਜਾਏਗਾ। ਅਗਰ ਅਸੀਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰੀਏ ਕੁਝ ਇੱਦਾਂ ਆਪਣੇ ਕੋਲ ਟੇਬਲ ਬਣੇਗਾ। ਅਗਰ ਆਪਾਂ ਇਹਨੂੰ ਦੇਖੀਏ ਤੇ ਉਹਨੇ ਕੀ ਕਿਹਾ? ਮੰਨ ਲਓ ਕਿ ਆ E ਕੋਲਮ ਆ, ਅਗਲੀ ਕੋਲਮ ਹੋਏਗੀ ਫਿਰ E ਤੋਂ ਬਾਅਦ ਕੀ ਹੋਏਗੀ ਬੇਟਾ? F। ਮੰਨ ਲਓ ਕਿ ਇਹਦੀ ਰੋ ਨੰਬਰ 4 ਆ, ਫਿਰ 5 ਆ, ਫਿਰ 6 ਆ, ਫਿਰ 7 ਆ। ਅਸੀਂ ਕਿੱਦਾਂ ਸਿਲੈਕਟ ਕਰ ਸਕਦੇ ਸੀ ਪੂਰੇ ਟੇਬਲ ਨੂੰ? A ਵਾਲੇ ਸੈਲਸ ਨੂੰ ਸਿਲੈਕਟ ਕਰ ਲਓ, ਡੈਟ ਇਜ਼ E4। ਲਾਸਟ ਵਾਲਾ ਸੀਗਾ F7। ਇਹ ਨਾਲ ਪੂਰੇ ਦਾ ਪੂਰਾ ਟੇਬਲ ਹੀ ਸਿਲੈਕਟ ਹੋ ਜਾਏਗਾ। ਟੋਟਲ ਬਣ ਜਾਣਗੇ ਆਪਣੇ ਕੋਲ 8 ਸੈੱਲ ਬਣ ਜਾਣਗੇ ਇਹਦੇ ਨਾਲ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਫਾਰਮੂਲਾ ਵਿਲ MS Excel ਨੋਟ ਬੀ ਏਬਲ ਟੂ ਕੈਲਕੂਲੇਟ। ਹੁਣ ਇਹ ਕੁਐਸਚਨ ਦਾ ਮਤਲਬ ਕੀ ਆ ਕਿ MS Excel ਆ ਜਿਹਦੇ ਅੰਦਰ ਕਿਹੜਾ ਫਾਰਮੂਲਾ ਵਾ ਜਿਹੜਾ MS Excel ਕੈਲਕੂਲੇਟ ਨਹੀਂ ਕਰ ਪਾਊਗਾ। ਹੁਣ ਇਹਦੇ ਆਪਾਂ ਆਸਾਨੀ ਦੇ ਨਾਲ ਆਪਸ਼ਨਸ ਦੇਖ ਕੇ ਇਹਨੂੰ ਦੱਸ ਸਕਦੇ ਆਨਸਰ ਕੀ ਆ। ਇਹਦਾ ਆਨਸਰ ਹੈ ਪਹਿਲਾ ਕਿਉਂਕਿ ਪਹਿਲੀ ਗੱਲ ਤੇ ਇਕੁਅਲ ਟੂ ਨਹੀਂ ਯੂਜ਼ ਹੋਇਆ। ਜੇ ਮੰਨ ਲਓ ਇਕੁਅਲ ਟੂ ਵੀ ਲੱਗਾ ਹੁੰਦਾ ਬਾਈ ਚਾਂਸ ਤੇ ਫਿਰ ਕਿਉਂਕਿ ਇਹ ਗਲਤ ਕਿਉਂ ਆ? ਕਿਉਂਕਿ ਇਹਦੇ ਅੰਦਰ ਗਲਤ ਡੇਟਾ ਤੇ ਆਪਾਂ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ। ਅਸੀਂ ਇਹਦੇ ਅੰਦਰ ਇੱਕ ਜਗ੍ਹਾ ਆਪਣੇ ਕੋਲ ਟੈਕਸਟ ਆ ਕਿਉਂਕਿ ਡਬਲ ਕੋਟਸ ਲੱਗੇ ਆ, ਉਹ ਟੈਕਸਟ ਆ। ਤੇ ਦੂਜੀ ਗੱਲ ਅਸੀਂ ਨਾਲ ਕੋਈ ਸੈੱਲ ਦੀ ਵੈਲਿਊ 'ਚ ਮਾਈਨਸ ਕਰ ਰਹੇ ਹਾਂ। ਤੁਸੀਂ ਗੱਲ ਯਾਦ ਰੱਖੋ, ਅਗਰ ਆਪਾਂ ਕੋਈ ਵੀ ਆਪਰੇਸ਼ਨ ਕਰਨਾ ਵਾ, ਅਗਰ ਮੈਂ ਕਹਾਂ ਕਿ ਯਾਰ 54 'ਚ 5 ਮਾਈਨਸ ਕਰ ਦਿਓ, ਉਹ ਹੋ ਜਾਏਗਾ। ਅਗਰ ਮੈਂ ਕਹਾਂ ਕਿ ਯਾਰ ਕੋਈ ਟੈਕਸਟ ਆ A 'ਚ 2 ਮਾਈਨਸ ਕਰ ਦਿਓ, ਪੋਸੀਬਲ ਨਹੀਂ ਆ। ਇਹ 'ਚ ਕੀਤਾ ਕੀ ਆ? ਕਹਿੰਦਾ ਸੇਲਸ 'ਚੋਂ, ਸੇਲਸ ਇੱਕ ਟੈਕਸਟ ਆ ਕਿਉਂਕਿ ਉਹਦੇ ਡਬਲ ਕੋਟਸ ਲੱਗੇ ਆ। ਕਹਿੰਦਾ ਉਹਦੇ 'ਚ A3 ਦੀ ਵੈਲਿਊ ਮੰਨ ਲਓ A3 'ਚ 5 ਪਿਆ,
ਮਾਈਨਸ ਹੋ ਸਕਦਾ, ਨਹੀਂ ਹੋ ਸਕਦਾ, ਇਸ ਕਰਕੇ ਇਹਦਾ ਸਹੀ ਜਵਾਬ ਸੀਗਾ ਏ। ਨੈਕਸਟ ਕੁਐਸਚਨ ਆ ਗੈਟਿੰਗ ਡੇਟਾ ਫਰੋਮ ਅ ਸੈੱਲ ਲੋਕੇਟਡ ਇਨ ਡਿਫਰੈਂਟ ਸ਼ੀਟ। ਹੁਣ ਮੰਨ ਲਓ ਕਿ ਅਗਰ ਇੱਕ ਸੈੱਲ ਆ, ਇਹਦੇ ਜਿਹੜਾ ਇਹਦੀ ਵੈਲਿਊ ਆ ਇਹ ਸ਼ੀਟ 2 'ਚ ਪਈ ਆ, ਇਹਨੂੰ ਮੈਂ ਸ਼ੀਟ 5 'ਚ ਇਹਦੀ ਵੈਲਿਊ ਨੂੰ ਯੂਜ਼ ਕਰਨਾ ਚਾਹੁੰਦਾ ਵਾਂ, ਤੇ ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਇਸ ਚੀਜ਼ ਨੂੰ ਆਪਾਂ ਬੋਲਦੇ ਆ ਰੈਫਰੈਂਸਿੰਗ ਕਰਨਾ। ਨੈਕਸਟ ਕੁਐਸਚਨ, ਐਕਸਲ ਯੂਨੀਕਲੀ ਆਇਡੈਂਟੀਫਾਈ ਸੈਲਸ ਵਿਦਨ ਅ ਵਰਕਸ਼ੀਟ ਵਿਦ ਅ ਸੈਲ ਨੇਮ। ਕਿ ਐਕਸਲ ਦੇ ਅੰਦਰ ਆਪਾਂ ਜਿਹੜਾ ਸੈੱਲ ਆ, ਕਿਸੇ ਸੈੱਲ ਨੂੰ ਕਿੱਦਾਂ ਆਇਡੈਂਟੀਫਾਈ ਕਰਦੇ ਆ, ਉਹ ਆਪਾਂ ਹੁਣੇ ਸਮਝਿਆ ਸੀਗਾ। ਉਹ ਆਪਾਂ ਕਰਦੇ ਆ, ਪਹਿਲਾਂ ਲਿਖਦੇ ਆ ਆਪਾਂ ਕਾਲਮ, ਜਿਹਦਾ ਐਗਜ਼ਾਮਪਲ ਪਹਿਲਾਂ ਕਾਲਮ ਲਿਖਾਂਗੇ, ਫਿਰ ਉਸ ਤੋਂ ਬਾਅਦ ਲਿਖਦੇ ਆ ਰੋ ਦੇ। ਕਾਲਮ ਦੇ ਹਮੇਸ਼ਾ ਲੈਟਰ ਹੁੰਦੇ ਆ ਤੇ ਰੋ ਦੇ ਕੀ ਹੁੰਦੇ ਆ? ਨੰਬਰਸ। ਹੁਣ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ, ਤੇ ਹੁਣ ਨੀਅਰ ਅਬਾਊਟ ਆਪਾਂ ਲਗਭਗ ਆਪਾਂ ਐਕਸਲ ਦੇ 40 ਕੁ ਕੁਐਸਚਨ ਕਰ ਲਏ ਆ, ਤੇ ਇਹਦੇ ਹੋਰ ਵੀ ਕਿੰਨੇ ਸਾਰੇ ਕੁਐਸਚਨ ਹਾਲੇ ਪੈਂਡਿੰਗ ਆ। 40 ਕੁ ਕੁਐਸਚਨ ਹੀ ਹੋਰ ਪੈਂਡਿੰਗ ਆ, ਜਿਹੜੇ ਅਸੀਂ ਪੁਰਾਣੇ 10-15 ਸਾਲਾਂ ਦੇ ਪੇਪਰਾਂ ਤੋਂ ਪਿਕ ਕੀਤੇ ਆ, ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਹਨੂੰ ਆਪਾਂ ਐਕਸਲ ਦੀ ਸੈਕਿੰਡ ਵੀਡੀਓ ਦੇ ਅੰਦਰ ਕਵਰ ਕਰਾਂਗੇ। ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।